ਕੁਝ ਪਰਸਨ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਓਪਨ ਸਪਾਊਸ ਵਰਕ ਪਰਮਿਟ ਰਾਹੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕੁਝ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਗੁੰਮਰਾਹ ਹੋ ਰਹੇ ਹਨ। ਕੀ ਕੈਨੇਡਾ ਅੰਬੈਸੀ ਓਪਨ ਹੈ? ਜਿਨ੍ਹਾਂ ਨੇ ਮਈ ਦੇ ਵੀਜ਼ੇ ਅਪਲਾਈ ਕੀਤੇ ਹੋਏ ਨੇ ਉਹਨਾਂ ਦੇ ਵੀਜ਼ੇ ਅਜੇ ਤੱਕ ਇਸ਼ੂ ਨਹੀਂ ਹੋਏ। ਜੇ ਵੀਜ਼ਾ ਸਾਨੂੰ ਇਸ਼ੂ ਹੋ ਜਾਂਦਾ ਤੇ ਸਟੂਡੈਂਟ ਜਿਹੜਾ ਆਨਲਾਈਨ ਕਲਾਸ ਲਗਾ ਸਕਦਾ। ਸਾਡੇ ਆਈਲੈਟਸ ਦੇ ਐਗਜ਼ਾਮ ਤੇ ਹੋ ਨਹੀਂ ਰਹੇ, ਕੀ ਵਿਦਆਊਟ ਆਈਲੈਟਸ ਐਡਮਿਸ਼ਨ ਸਾਡੀ ਹੋ ਸਕਦੀ ਹੈ? ਅਫਵਾਹਾਂ ਹੈ ਨਾ, ਰੈਗੂਲੇਟਰੀ ਤੇ ਨਹੀਂ ਹੈਗੀ। ਕੈਨੇਡੀਅਨ ਹਾਈ ਕਮਿਸ਼ਨ ਨੇ ਦੋ ਕੈਟਾਗਰੀ ਬਣਾਈਆਂ ਨੇ, ਦੂਸਰੀ ਨੋਨ ਐਸਟੀਐਸ ਜਾਂ ਆਪਾਂ ਜਨਰਲ। ਉਹਦੇ ਸਟੂਡੈਂਟਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਸ ਉੱਤੇ ਕਿ ਉਹ ਡਾਕੂਮੈਂਟ ਇਨਕੰਪਲੀਟ ਹੈ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋਏਗੀ। 90% ਸਟੂਡੈਂਟਸ ਦੀ ਆਫਰਾਂ ਫ੍ਰੀ ਹੁੰਦੀਆਂ। 5 ਲੱਖ 3 ਲੱਖ 9 ਲੱਖ ਵੱਖ-ਵੱਖ ਫੀਸ ਦੱਸਦੇ ਆ। ਇਹ ਫੀਸ ਦਾ ਕੀ ਰੌਲਾ? ਕਾਲਜ ਆਪਣੇ ਆਪ ਨੂੰ ਆਪਣਾ ਬਜਟ ਮੇਨਟੇਨ ਕਰਨ ਵਾਸਤੇ ਭੋਲੇ ਭਾਲੇ ਪੰਜਾਬੀਆਂ ਨੂੰ ਗੁੰਮਰਾਹ ਕਰਦਾ ਪਿਆ ਜੇ। ਸੋ ਤੁਹਾਡਾ ਪੈਸਾ ਜੇ, ਤੁਹਾਡਾ ਫਿਊਚਰ ਜੇ, ਤੁਹਾਡਾ ਡਿਸੀਜਨ ਜੇ। ਅਸੀਂ ਗਾਈਡ ਕਰ। ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਦਾ ਹਾਂ ਆਪ ਸਭ ਠੀਕ ਠਾਕ ਹੋਵੋਗੇ। ਮੈਂ ਰਾਜਕਮਲ ਸਿੰਘ ਅਲਬਰਟਾ ਇੰਟਰਨੈਸ਼ਨਲ ਅਕੈਡਮੀ ਦੇ ਇਸ ਲਾਈਵ ਸੈਸ਼ਨ ਵਿੱਚ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ। ਕੁਝ ਪਰਸਨ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਓਪਨ ਸਪਾਊਸ ਵਰਕ ਪਰਮਿਟ ਰਾਹੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ, ਪਰ ਕੋਵਿਡ-19 ਕਰੋਨਾ ਵਾਇਰਸ ਕਰਕੇ ਚਿੰਤਿਤ ਹਨ, ਜਿਨ੍ਹਾਂ ਚੋਂ ਕੁਝ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਗੁੰਮਰਾਹ ਹੋ ਰਹੇ ਹਨ। ਉਹਨਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਅਸੀਂ ਮਿਸਟਰ ਗੁਰਵਿੰਦਰ ਸਿੰਘ, ਡਾਇਰੈਕਟਰ ਅਲਬਰਟਾ ਇੰਟਰਨੈਸ਼ਨਲ ਅਕੈਡਮੀ ਵੱਲੋਂ ਲਵਾਂਗੇ, ਤਾਂ ਜੋ ਪੰਜਾਬ ਦੇ ਸਮੁੱਚੇ ਸਟੂਡੈਂਟਸ ਨੂੰ ਰਾਈਟ ਇਨਫੋਰਮੇਸ਼ਨ ਦਿੱਤੀ ਜਾਵੇ। ਗੁਰਵਿੰਦਰ ਜੀ, ਤੁਹਾਡਾ ਇਸ ਲਾਈਵ ਸੈਸ਼ਨ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਵਿੰਦਰ ਸਿੰਘ, ਡਾਇਰੈਕਟਰ ਅਲਬਰਟਾ ਇੰਟਰਨੈਸ਼ਨਲ। ਕੋਵਿਡ-19 ਕਰੋਨਾ ਵਾਇਰਸ ਚੱਲਦਿਆਂ ਹੋਇਆ ਦੇਰ ਤਾਂ ਨਹੀਂ ਸੀ ਕਰਦਾ ਕਿ ਅਸੀਂ ਲਾਈਵ ਹੋਈਏ ਐਂਡ ਅਲਬਰਟਾ ਅਕੈਡਮੀ ਦੀ ਟੀਮ ਵੱਲੋਂ ਕੋਈ ਵੀ ਵੀਡੀਓ ਅਪਲੋਡ ਕਰੀਏ ਰਿਗਾਰਡਿੰਗ ਵੀਜ਼ਾ ਕੰਸਲਟੈਂਸੀ। ਬਟ ਸਟੂਡੈਂਟਸ ਨਾਲ ਹੋ ਰਹੇ ਖਿਲਵਾੜ ਅਤੇ ਸਟੂਡੈਂਟਸ ਵੱਲੋਂ ਸੋਸ਼ਲ ਨੈਟਵਰਕ ਦੇ ਜ਼ਰੀਏ ਸਾਡੇ ਕੋਲ ਪੁੱਛੇ ਜਾ ਰਹੇ ਕੁਐਸਚਨਾਂ ਦੇ ਆਨਸਰ ਦੇਣ ਲਈ ਅੱਜ ਅਸੀਂ ਲਾਈਵ ਹੋਏ ਹਾਂ, ਤਾਂ ਕਿ ਸਟੂਡੈਂਟਸ ਨੂੰ ਰਾਈਟ ਇਨਫੋਰਮੇਸ਼ਨ ਦਈਏ ਅਤੇ ਉਹ ਆਪਣਾ ਫਿਊਚਰ ਕੈਨੇਡਾ ਜਾ ਕੇ ਬਣਾ ਸਕਣ। ਗੁਰਵਿੰਦਰ ਜੀ, ਅੱਜ ਦਾ ਸੋਸ਼ਲ ਮੀਡੀਆ ਤੇ ਸਾਨੂੰ ਪਹਿਲਾ ਕੁਐਸਚਨ ਆਇਆ ਨਵਜੋਤ ਸਿੰਘ ਜੀ ਦਾ। ਉਹਨਾਂ ਦਾ ਕੁਐਸਚਨ ਇਹ ਆ ਕਿ ਕੀ ਕੈਨੇਡਾ ਅੰਬੈਸੀ ਓਪਨ ਹੈ? ਨਵਜੋਤ ਜੀ, ਕੈਨੇਡੀਅਨ ਅੰਬੈਸੀ ਅਜੇ ਤੱਕ ਓਪਨ ਨਹੀਂ ਹੈ, ਕਲੋਜ਼ ਹੈ। ਐਂਡ ਕਲੋਜ਼ ਦੀ ਜੋ ਸਟਿਲ ਸਾਡੇ ਕੋਲ ਡੇਟ ਮੈਂਸ਼ਨ ਹੈ 30 ਜੂਨ ਤੱਕ ਅੰਬੈਸੀ ਕਲੋਜ਼ ਰਹੇਗੀ। 1 ਜੁਲਾਈ ਤੋਂ ਮੇ ਵੀ ਕੈਨੇਡੀਅਨ ਹਾਈ ਕਮਿਸ਼ਨ ਅੰਬੈਸੀ ਓਪਨ ਹੋਵੇ ਵੀਜ਼ਾ ਕੰਸਲਟੈਂਸੀ ਵਾਸਤੇ, ਵੀਜ਼ਾ ਇਸ਼ੂ ਕਰਨ ਵਾਸਤੇ। ਬਟ ਅਸੀਂ ਕਿਉਂ ਕਹਿ ਰਹੇ ਹਾਂ ਕਿ ਓਪਨ ਨਹੀਂ ਹੈ ਜਾਂ ਸਟਿਲ ਕਲੋਜ਼ ਹੈ? ਕਿਉਂਕਿ ਜਿੰਨਾ ਸਟੂਡੈਂਟਸ ਦੇ ਅਸੀਂ ਮਈ ਇਨਟੇਕ ਲਈ ਵੀਜ਼ੇ ਅਪਲਾਈ ਕੀਤੇ ਸੀ, ਅਸੀਂ ਵੀ ਕੀਤੇ ਸੀ, ਹੋਰ ਵੀ ਏਜੰਟਸ ਨੇ ਅਪਲਾਈ ਕੀਤੇ ਨੇ। ਐਂਡ ਤੁਸੀਂ ਅਗਰ ਆਪਣੇ ਸਰਕਲ 'ਚ ਦੇਖੋਗੇ ਜਿਨ੍ਹਾਂ ਨੇ ਮਈ ਲਈ ਵੀਜ਼ੇ ਅਪਲਾਈ ਕੀਤੇ ਹੋਏ ਨੇ, ਜਿਨ੍ਹਾਂ ਨੇ ਅਪਰੋਕਸੀਮੇਟਲੀ ਕਿ ਆਪਾਂ ਫੈਬ ਮਿਡ ਵਿੱਚ ਜਾ ਕੇ ਅਪਲਾਈ ਕੀਤੇ ਨੇ ਜਾਂ ਮਾਰਚ ਦੇ ਸਟਾਰਟਿੰਗ ਵਿੱਚ ਅਪਲਾਈ ਕੀਤੇ ਹੋਏ ਨੇ, ਉਹਨਾਂ ਦੇ ਵੀਜ਼ੇ ਅਜੇ ਤੱਕ ਇਸ਼ੂ ਨਹੀਂ ਹੋਏ। ਤੇ ਜੇਕਰ ਅੰਬੈਸੀ ਓਪਨ ਹੈ ਤੇ ਪਹਿਲਾਂ ਉਹਨਾਂ ਦੇ ਵੀਜ਼ੇ ਇਸ਼ੂ ਕਿਉਂ ਨਹੀਂ ਹੋ ਰਹੇ? ਸੋ ਇਹਦਾ ਮਤਲਬ ਹੈਗਾ ਹੈ ਕਿ ਅੰਬੈਸੀ ਸਟਿਲ ਕਲੋਜ਼ ਹੈ। ਫਰਦਰ ਕੋਈ ਆਪਰੇਸ਼ਨ ਆਏਗੀ ਤੁਸੀਂ ਜ਼ਰੂਰ ਹਰੇ ਇਨਫੋਰਮੇਸ਼ਨ ਲੈ ਸਕਦੇ ਹੋ। ਹਾਂਜੀ ਜੀ, ਜੇ ਮੰਨ ਲਓ ਅੰਬੈਸੀ ਓਪਨ ਨਹੀਂ ਹੈ, ਹਾਂਜੀ, ਤਾਂ ਫਿਰ ਇਹ ਕਿਵੇਂ ਕਿਹਾ ਜਾ ਰਿਹਾ ਵੀ ਸਤੰਬਰ ਇਨਟੇਕ ਵਿੱਚ ਐਡਮਿਸ਼ਨ ਲਓ? ਦੇਖੋ ਰਾਜਕਮਲ ਜੀ, ਦੇ ਵਿੱਚ ਕੀ ਹੈਗਾ ਵਾ ਕਿ ਸਟੂਡੈਂਟ ਨੂੰ ਆਪਣੇ ਲਈ ਕ੍ਰੈਕ ਕਰਨਾ ਇੱਕ ਏਜ ਦਾ ਇੱਕ ਟ੍ਰਿਕ ਹੈ ਕਿ ਸਟੂਡੈਂਟ ਨੂੰ ਅੱਜ ਅਸੀਂ ਕਹਾਂਗੇ ਕਿ ਸਤੰਬਰ ਇਨਟੇਕ ਓਪਨ ਹੈ, ਵੀਜ਼ਾ ਅਪਲਾਈ ਕਰ ਸਕਦੇ ਹੋ, ਵੀਜ਼ੇ ਮਿਲ ਜਾਣਗੇ, ਅੰਬੈਸੀ ਲੀਨੈਂਟ ਹੋਏਗੀ, ਇਦਾਂ ਦਾ ਕੁਝ ਨਹੀਂ ਹੈ। ਸਤੰਬਰ ਇਨਟੇਕ ਦੀ ਗੱਲ ਕਰਦੇ ਆ, ਅੱਜ ਤੱਕ ਕੁਝ ਵੀ ਕਲੈਰਿਟੀ ਨਹੀਂ ਹੈਗੀ ਕਿ ਫਰਦਰ ਕੀ ਹੋਏਗਾ, ਕਿ ਸਿਚੁਏਸ਼ਨ ਨਾਰਮਲ ਹੋਣ ਜਾ ਰਹੀ ਹੈ ਕਿ ਨਹੀਂ, ਕਦੋਂ ਨਾਰਮਲ ਸਿਚੁਏਸ਼ਨ ਹੋਵੇਗੀ। ਅਗਰ ਸਾਡੇ ਕੋਲ ਮਈ ਇਨਟੇਕ ਦੇ ਵੀਜ਼ੇ ਪੈਂਡਿੰਗ ਨੇ ਤੇ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਸਤੰਬਰ ਇਨਟੇਕ ਲਈ ਅਪਲਾਈ ਕਰ ਦਵੋ? ਜਦੋਂ ਤੱਕ ਪੁਰਾਣੇ ਵੀਜ਼ੇ ਆਣਗੇ ਤੇ ਫਰਦਰ ਸੋਚਾਂਗੇ ਕਿ ਸਤੰਬਰ ਲਈ ਅਪਲਾਈ ਕਰਨਾ ਹੈ ਕਿ ਜਨਵਰੀ ਲਈ ਅਪਲਾਈ ਕਰਨਾ ਵਾ। ਬਾਕੀ ਹਰ ਏਜੰਟ ਦਾ ਆਪਣਾ ਆਪਣਾ ਕ੍ਰਾਈਟੇਰੀਆ ਹੈ। ਬਟ ਕੈਨੇਡੀਅਨ ਹਾਈ ਕਮਿਸ਼ਨ ਦੀ ਤੁਸੀਂ ਵੈਬਸਾਈਟ ਓਪਨ ਕਰੋ, ਤੁਹਾਨੂੰ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਕਦੋਂ ਸਾਡੇ ਇਮੀਗ੍ਰੇਸ਼ਨ ਓਪਨ ਹੈਗੀ ਹੈ ਤੇ ਕਦੋਂ ਅਸੀਂ ਵੀਜ਼ੇ ਅਪਲਾਈ ਕਰ ਸਕਦੇ ਹਾਂ। ਦੂਜਾ ਕੁਐਸਚਨ ਜੀ ਦਵਿੰਦਰ ਜੀ ਦਾ ਹੈ, ਜੋ ਪਟਿਆਲੇ ਤੋਂ ਪੁੱਛਦੇ ਨੇ, ਜੇ ਵੀਜ਼ਾ ਸਾਨੂੰ ਇਸ਼ੂ ਹੋ ਜਾਂਦਾ, ਹਾਂਜੀ, ਤੇ ਸਟੂਡੈਂਟ ਜਿਹੜਾ ਆਨਲਾਈਨ ਕਲਾਸ ਲਗਾ ਸਕਦਾ? ਦੇਖੋ ਦਵਿੰਦਰ ਜੀ, ਤੁਸੀਂ ਕੁਐਸਚਨ ਬੜਾ ਵਧੀਆ ਪੁੱਟ ਕੀਤਾ ਹੈ ਕਿ ਅਗਰ ਤੁਹਾਨੂੰ ਵੀਜ਼ਾ ਇਸ਼ੂ ਹੋ ਜਾਂਦਾ ਹੈ ਤੇ ਤੁਸੀਂ ਆਨਲਾਈਨ ਕਲਾਸਾਂ ਲਾ ਕੇ ਤੇ ਆਪਾਂ ਅਟੈਂਡ ਕਰ ਸਕਦੇ ਹੋ। ਬਟ ਮੈਂ ਤੁਹਾਨੂੰ ਹੀ ਇੱਕ ਕੁਐਸਚਨ ਪੁੱਟ ਕਰਾਂਗਾ
ਕਿ ਅਗਰ ਤੁਹਾਡਾ ਵੀਜ਼ਾ ਇਸ਼ੂ ਹੋ ਜਾਂਦਾ ਹੈ ਕਿ ਤੁਸੀਂ ਇੰਡੀਆ ਵਿੱਚ ਰਹਿ ਕੇ ਪੜ੍ਹਨ ਲਈ ਵਿਲਿੰਗ ਹੈਗੇ ਹੋ? ਆਈ ਡੋਂਟ ਥਿੰਕ ਸੋ, ਕਿਉਂਕਿ ਪੰਜਾਬ ਦੇ ਪੰਜਾਬੀ ਮੋਸਟ ਆਫ ਸਟੂਡੈਂਟਸ ਜਾਂ ਸੀ ਕਿ ਆਲਮੋਸਟ ਸਾਰੇ ਸਟੂਡੈਂਟ ਦਾ ਸਟੱਡੀ ਵੀਜ਼ਾ ਲੈਣਾ ਇੱਕ ਪੜ੍ਹਨਾ ਮੇਨ ਪਰਪਸ ਨਹੀਂ ਹੈ, ਸਾਡਾ ਜਾ ਕੇ ਆਪਣਾ ਕੈਰੀਅਰ ਸੈੱਟ ਕਰਨਾ, ਉੱਥੇ ਪੀਆਰ ਲੈਣੀ। ਸੋ ਅਗਰ ਤੁਸੀਂ ਕੈਨੇਡਾ ਜਾ ਕੇ ਪੜ੍ਹਦੇ ਹੋ ਦੈਨ ਤੁਸੀਂ ਉੱਥੇ ਆਪਣਾ ਕੰਮ ਕਰਦੇ ਹੋ, ਤੁਹਾਨੂੰ ਉੱਥੇ ਸੈਲਰੀ ਮਿਲਦੀਆਂ, ਅਗਲੀਆਂ ਫੀਸਾਂ ਪੇ ਕਰਦੇ ਹੋ। ਬਟ ਅਗਰ ਅਸੀਂ ਕਹਿੰਦੇ ਕਿ ਆਪਾਂ ਵੀਜ਼ਾ ਲੈ ਲਿਆ ਐਂਡ ਤੁਸੀਂ ਕਹੋਗੇ ਇੰਡੀਆ ਵਿੱਚ ਰਹਿ ਕੇ ਆਪਾਂ ਪੜ੍ਹਦੇ ਪਏ ਆ, ਜਿਹੜੀ ਫੀਸ ਅਸੀਂ 9 ਲੱਖ ਰੁਪਏ ਕੈਨੇਡਾ ਦੀ ਖਰਚਣੀ ਹੈ, ਸੇਮ ਕੋਰਸ ਇੰਡੀਆ ਵਿੱਚ ਬਹੁਤ ਵਧੀਆ ਓਪਰਚੁਨਿਟੀ ਦੇ ਨਾਲ ਹੈਗਾ ਏ ਐਂਡ ਉਹਦੀ ਫੀਸ ਵੀ ਬਹੁਤ ਘੱਟ ਹੈ। ਆਪਾਂ ਕਹੀਏ ਲੱਖ 1.5 ਲੱਖ ਦੇ ਵਿੱਚ ਸਾਨੂੰ ਟੌਪ ਦੇ ਕਾਲਜ ਵਿੱਚ ਯੂਨੀਵਰਸਿਟੀ ਐਡਮਿਸ਼ਨ ਮਿਲ ਸਕਦੀ ਹੈ, ਜਿਹੜੀ ਅਸੀਂ ਫੀਸ 9 ਲੱਖ ਰੁਪਏ ਕੈਨੇਡਾ ਦੇ ਕਾਲਜ ਦੀ ਖਰਚਦੇ ਪਏ ਆ। ਸੋ ਆਪਾਂ ਇਹ ਕਾਲਜ ਕਹਿੰਦਾ ਪਿਆ ਇਹ ਯੂਨੀਵਰਸਿਟੀਆਂ ਕਹਿੰਦੀਆਂ ਪਈਆਂ ਨੇ, ਪ੍ਰਮੋਟ ਕਰ ਰਹੀਆਂ ਨੇ ਕਿ ਤੁਸੀਂ ਆਨਲਾਈਨ ਕਲਾਸਾਂ ਲਗਾਓ, ਜਿਨ੍ਹਾਂ ਦੇ ਵੀਜ਼ੇ ਆ ਗਏ ਉਹ ਵੀ ਲਗਾ ਦਿਓ ਤੇ ਜਿਨ੍ਹਾਂ ਦੇ ਵੀਜ਼ੇ ਅਜੇ ਨਹੀਂ ਆਏ ਉਹ ਵੀ ਵਿਦਆਊਟ ਸਟੱਡੀ ਪਰਮਿਟ ਕਲਾਸਾਂ ਲਗਾ ਸਕਦੇ ਹੋ। ਬਟ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਾਡੇ ਪੰਜਾਬੀ ਸਟੂਡੈਂਟਸ ਹੈਗੇ ਨੇ ਉਹਨਾਂ ਦਾ ਪਰਪਸ ਸਿਰਫ ਪੜ੍ਹਨਾ ਹੀ ਪੜ੍ਹਨਾ ਹੈ, ਉਹਨਾਂ ਦਾ ਪਰਪਸ ਆਪਣੀ ਲਾਈਫ ਨੂੰ ਸੈੱਟ ਕਰਨਾ ਹੈ। ਆਨਲਾਈਨ ਪੜ੍ਹਨ ਲਈ ਕੋਈ ਵੀ ਵਿਲਿੰਗ ਨਹੀਂ ਹੋਏਗਾ ਅਗਰ ਤੁਸੀਂ ਇਹਨੂੰ ਪ੍ਰੋਪਰਲੀ ਬੋਦਰ ਕਰੋਗੇ ਤਾਂ। ਹਾਂਜੀ ਜੀ, ਇਹ ਤੋਂ ਨੈਕਸਟ ਕੁਐਸਚਨ ਗੁਰਵਿੰਦਰ ਜੀ ਹੈ ਸੰਦੀਪ ਸਿੰਘ ਜੀ ਦਾ। ਉਹ ਪੁੱਛ ਰਹੇ ਨੇ ਕਿ ਸਾਡੀ ਫੀਸ ਵੀ ਰੈਡੀ ਹੈ, ਓਕੇ ਜੀ, ਸਾਡਾ ਜੀਆਈਸੀ ਵੀ ਰੈਡੀ ਹੈ, ਪਰ ਸਾਡੇ ਆਈਲੈਟਸ ਦੇ ਐਗਜ਼ਾਮ ਤੇ ਹੋ ਨਹੀਂ ਰਹੇ। ਹਾਂਜੀ, ਤੇ ਕੀ ਵਿਦਆਊਟ ਆਈਲੈਟਸ ਐਡਮਿਸ਼ਨ ਸਾਡੀ ਹੋ ਸਕਦੀ ਹੈ? ਸੰਦੀਪ ਜੀ ਅਗਰ ਤੁਸੀਂ ਗੱਲ ਕਰਦੇ ਹੋ ਕਿ ਵਿਦਆਊਟ ਆਈਲੈਟਸ ਐਡਮਿਸ਼ਨ ਦੀ, ਨੋ ਡਾਊਟ ਨੰਬਰਸ ਆਫ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਅੱਗੇ ਕਹਿੰਦੇ ਸੀ ਕਿ 6 ਬੈਂਡ 6.5 ਬੈਂਡ ਦੀ ਰਿਕੁਆਇਰਮੈਂਟ ਹੈ, ਅੱਗੇ ਉਹ ਕਹਿੰਦੇ ਸੀ ਇਹ ਤੋਂ ਘੱਟ ਅਸੀਂ ਐਡਮਿਸ਼ਨ ਨਹੀਂ ਦੇਣੀ ਹੈਗੀ। ਬਟ ਕੋਵਿਡ-19 ਕਰਕੇ ਸਟੂਡੈਂਟ ਕੋਲ ਹੋਰ ਕੋਈ ਵੀ ਆਪਸ਼ਨ ਨਹੀਂ ਹੈਗੀ ਇਸ ਟਾਈਮ। ਸੋ ਉਹ ਕੀ ਕਹਿ ਰਹੇ ਨੇ ਕਿ ਤੁਸੀਂ ਕੰਡੀਸ਼ਨਲ ਬੇਸ ਤੇ ਆਫਰ ਲੈਟਰ ਲੈ ਸਕਦੇ ਹੋ, ਤੁਹਾਡੀ ਐਡਮਿਸ਼ਨ ਹੋ ਜਾਏਗੀ। ਬਟ ਉਹਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਆਪਣੀ ਕੰਡੀਸ਼ਨ ਆਫਰ ਲੈਟਰ ਨੂੰ ਮੇਨ ਆਫਰ ਲੈਟਰ 'ਚ ਕਨਵਰਟ ਕਰਨਾ ਪਏਗਾ। ਤਾਂ ਅਗਰ ਤੁਸੀਂ ਕਨਵਰਟ ਨਹੀਂ ਕਰਦੇ, ਕਹਿਣ ਦਾ ਭਾਵ ਤੁਹਾਨੂੰ ਜਿਹੜੀ ਕੰਡੀਸ਼ਨ ਆਫਰ ਲੈਟਰ ਮਿਲਦੀ ਹੈ ਤੁਸੀਂ ਆਇਲਟਸ ਦਾ ਟੈਸਟ ਕਲੀਅਰ ਕਰਕੇ ਤਾਂ ਹੀ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ, ਅਦਰਵਾਈਜ਼ ਨਹੀਂ। ਐਡਮਿਸ਼ਨ ਹੋ ਜਾਏਗੀ, ਐਡਮਿਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ ਗੁਰਵਿੰਦਰ ਜੀ, ਇਹ ਸਭ ਵੇਖ ਕੇ ਮੇਰੇ ਵੀ ਮਨ ਵਿੱਚ ਇੱਕ ਸਵਾਲ ਆਇਆ। ਹਾਂਜੀ। ਸਵਾਲ ਇਹ ਹੈ ਕਿ ਕੁਝ ਅਫਵਾਹਾਂ ਇਹ ਵੀ ਹੈਗੀਆਂ ਨੇ ਵੀ 5.5 ਬੈਂਡ 5 ਬੈਂਡ ਨਾਲ ਵੀ ਕੈਨੇਡਾ ਦਾ ਵੀਜ਼ਾ ਮਿਲ ਜਾਂਦਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰਾਜਗੋਪਾਲ ਜੀ, ਤੁਹਾਡੇ ਕੁਐਸਚਨ ਦੀ ਤੁਹਾਡਾ ਆਨਸਰ ਹੈਗਾ ਹੈ। ਉਹ ਕਹਿੰਦਾ ਸਰ ਤੁਸੀਂ ਹੁਣੇ ਕਿਹਾ ਅਫਵਾਹਾਂ ਹੈ ਨਾ, ਰੈਲਿਟੀ ਤੇ ਨਹੀਂ ਹੈਗੀ। ਜੋ ਤੁਸੀਂ ਆਪੇ ਕਹਿ ਰਹੇ ਹੋ ਕਿ ਅਫਵਾਹਾਂ ਹੈਗੀਆਂ ਨੇ ਕਿ 5.5 ਬੈਂਡ ਜਾਂ 1 ਚੋਂ 5.5, 2 ਚੋਂ 5.5 ਜਾਂ ਕੋਈ ਐਡ ਤੇ ਆ ਰਿਹਾ ਕਿ 3 ਚੋਂ 5.5 ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਦੇਖੋ ਰਾਜਗੋਪਾਲ ਜੀ ਕੀ ਹੈਗਾ ਵਾ, ਕੈਨੇਡੀਅਨ ਹਾਈ ਕਮਿਸ਼ਨ ਨੇ 2 ਕੈਟਾਗਰੀ ਬਣਾਈਆਂ ਨੇ। ਪਹਿਲੀ ਹੈਗੀ ਹੈ ਐਸਡੀਐਸ, ਦੂਸਰੀ ਨੌਨ ਐਸਡੀਐਸ ਜਾਂ ਆਪਾਂ ਜਨਰਲ ਕਹਿ ਸਕਦੇ ਹਾਂ। ਹੁਣ ਤੁਸੀਂ ਐਸਡੀਐਸ ਪੈਰਾਮੀਟਰ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਨੂੰ ਓਵਰਆਲ 6 ਈਚ 6 ਸਕੋਰ ਲੈਣਾ ਪਏਗਾ। ਭਾਵੇਂ ਤੁਸੀਂ +2 ਹੋਲਡਰ ਹੋ, ਭਾਵੇਂ ਤੁਸੀਂ ਗ੍ਰੈਜੂਏਟ ਹੋ ਜਾਂ ਤੁਸੀਂ ਮਾਸਟਰ ਡਿਗਰੀ ਕੀਤੀ ਹੋਈ ਹੈ। ਅਗਰ ਤੁਸੀਂ 6 ਓਵਰਆਲ 6 ਈਚ ਮੋਡਿਊਲ ਤੋਂ ਘੱਟ ਸਕੋਰ ਲੈਂਦੇ ਹੋ, ਅਗਰ ਤੁਹਾਡੇ ਈਚ 5.5 ਹੈ ਜਾਂ 5 ਹੈ ਜਾਂ ਤੁਹਾਡੇ ਕੋਲ ਆਈਲੈਟਸ ਵੀ ਨਹੀਂਗਾ, ਦੈਟ ਮੀਨਸ ਮੇਨ ਸੇਮ। ਐਂਡ ਅਗਰ ਤੁਸੀਂ ਨੌਨ ਐਸਡੀਐਸ ਆਪਣੀ ਫਾਈਲ ਸਬਮਿਟ ਕਰਦੇ ਹੋ, ਤੁਹਾਡੇ ਵੀਜ਼ੇ ਦੇ ਚਾਂਸਸ ਨੇ ਉਹ ਨਾ ਮਤਲਬ ਹੋਣਗੇ। ਕਹਿਣ ਦਾ ਭਾਵ 2, 3, 4%, 5% ਵੀ ਨਹੀਂ ਹੋ ਸਕਦੇ। ਸੋ ਅਸੀਂ ਨਹੀਂ ਅਲਾਉ ਕਰਦੇ ਜਾਂ ਕੋਈ ਵੀ ਚੰਗਾ ਏਜੰਟ ਨਹੀਂ ਅਲਾਉ ਕਰੇਗਾ ਕਿ ਤੁਸੀਂ ਨੌਨ ਐਸਡੀਐਸ ਆਪਣੀ ਫਾਈਲ ਅਪਲਾਈ ਕਰੋ। ਇਹ ਅਫਵਾਹਾਂ ਹੀ ਨਹੀਂ ਹੈ। ਗੁਰਵਿੰਦਰ ਜੀ, ਇਹ ਵੀ ਸੁਣਨ ਵਿੱਚ ਆਇਆ ਕਿ ਜਿਨ੍ਹਾਂ ਕੋਲ ਡਾਕੂਮੈਂਟ ਇਨਕੰਪਲੀਟ ਨੇ, ਹਾਂਜੀ, ਉਹ ਐਲੀਜੀਬਲ ਨੇ, ਜਿਵੇਂ ਕਿ ਆਈਲੈਟਸ, ਡੀਐਮਸੀ, ਅਦਰ। ਦੇਖੋ ਜਦੋਂ ਨਾ ਲੋਕਡਾਊਨ ਸਟਾਰਟ ਹੋਇਆ ਸੀ ਇੰਡੀਆ ਦੇ ਵਿੱਚ, ਉਸ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਅਸੀਂ। ਜਦੋਂ ਵੀ ਇਮੀਗ੍ਰੇਸ਼ਨ ਕੋਈ ਵੀ ਮਿਸਿੰਗ ਡਾਕੂਮੈਂਟ ਦੀ ਡਿਮਾਂਡ ਕਰਦੀ ਹੈ ਨਾ, ਲਾਈਕ ਐਜ਼ ਬਾਇਓਮੈਟ੍ਰਿਕਸ, ਟਰੈਵਲ ਡਾਕੂਮੈਂਟ, ਪਾਸਪੋਰਟ, ਤੁਹਾਡਾ ਵੀਜ਼ਾ ਅਪਰੂਵਲ ਆ ਗਈ ਹੈ, ਤੁਸੀਂ ਆਪਣਾ ਪਾਸਪੋਰਟ ਸਬਮਿਟ ਕਰਵਾਉਣਾ ਹੈ, ਜਾਂ ਤੁਹਾਡੇ ਕੋਲ ਅਨਐਕਸਪੈਕਟੇਬਲ ਤੁਹਾਡੇ ਕੋਲ ਮੈਡੀਕਲ ਡਿਮਾਂਡ ਕੀਤੀ ਗਈ ਹੈ, ਤੁਸੀਂ ਉਹ ਜਿਹੜਾ ਡਾਕੂਮੈਂਟ ਆਪਣੇ ਸਬਮਿਟ ਕਰਦੇ ਹੋ ਉਹ ਹੁੰਦਾ ਸੀ 30 ਡੇਜ਼ ਦਾ ਟਾਈਮ। ਕੋਵਿਡ-19 ਲੋਕਡਾਊਨ ਤੋਂ ਬਾਅਦ ਇਹ ਟਾਈਮ 30 ਡੇਜ਼ ਤੋਂ 90 ਡੇਜ਼ ਕੀਤਾ ਗਿਆ। ਹੁਣ 90 ਡੇਜ਼ ਤੋਂ ਬਾਅਦ ਗਵਰਨਮੈਂਟ ਕੈਨੇਡੀਅਨ ਹਾਈ ਕਮਿਸ਼ਨ ਨੇ ਕੀ ਲਾਂਚ ਕਰਤਾ ਕਿ ਅਗਰ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਇਨਕੰਪਲੀਟ ਹੈ, ਉਹਦੇ ਵਿੱਚ 3 ਡਾਕੂਮੈਂਟ ਦੀ ਗੱਲ ਕੀਤੀ ਗਈ ਹੈ।
फर्स्ट मैडिकल, बायोमैट्रिक्स, ट्रैवल डॉक्यूमेंट। अगर तो इन्होंने तीनों चो कोई डॉक्यूमेंट की चीज इनकम्प्लीट है दैन तो टाइम अनलिमिटेड मिलेगा। जो तो तुसी अपनी चीज़ां सबमिट नहीं करते, बायोमैट्रिक्स नहीं करवाते, जां तुसी अपना मेडिकल नहीं करवाते, जां ट्रैवल डॉक्यूमेंट नहीं जमा कराते, तो फाइल को डिसमिस नहीं किया जाएगा। यू आर रिमेन एलिजिबल फॉर द गेटिंग वीजा। हुण कुछ एजेंट्स वालों कुछ स्टूडेंट्स को गुमराह किया जा रहा है इस उत्ते कि जी जिन्हां को डॉक्यूमेंट इनकम्प्लीट है जां आईएलटीएस नहीं हैगी, वीजा अप्लाई कर दो। तुहाडे को +2 डीएमसी नहीं हैगी, तुसी वीजा अप्लाई कर दो। देखो अगर स्टडी वीजा की गल करते हैं, स्टडी वीजे में मैडिकल पढ़ना होंदा है, स्पाउस ओपन वर्क परमिट केस में या विजिटर के केस में मैडिकल ऑन डिमांड होंदा है। गवर्नमेंट डिमांड करती है, असं सबमिट करवाने, अदरवाइज नहीं करवाते। हुण स्टूडेंट जो अपनी फाइल सबमिट करता है ਉਹਦੇ ਵਿੱਚ ਉਹ ਨਾਲ ਹੀ ਆਪਣਾ ਬਾਇਓਮੈਟ੍ਰਿਕ ਕਰਵਾ ਦਿੰਦਾ ਹੈ ਜਾਂ ਕੁਝ ਦਿਨ ਬਾਅਦ ਕਰਵਾਉਂਦਾ ਹੈ। ਮੈਡੀਕਲ ਔਨ ਡਿਮਾਂਡ ਐਂਡ ਅਗਰ ਵੀਜ਼ਾ ਅਪਰੂਵ ਹੋ ਜਾਂਦਾ ਹੈ ਦੈਨ ਟਰੈਵਲ ਡਾਕੂਮੈਂਟ ਪਾਸਪੋਰਟ ਸਬਮਿਟ ਕਰਾਉਣਾ ਹੁੰਦਾ ਹੈ। ਹੁਣ ਏਜੰਟਸ ਕੀ ਕਹਿ ਰਹੇ ਨੇ, ਟਰੈਵਲ ਡਾਕੂਮੈਂਟ ਕੁਝ ਹੋਰ ਹੀ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਟਰੈਵਲ ਡਾਕੂਮੈਂਟ ਹੁੰਦਾ ਹੈ ਪਾਸਪੋਰਟ, ਜਿਹਦੇ ਉੱਤੇ ਤੁਹਾਡਾ ਵੀਜ਼ਾ ਪ੍ਰਿੰਟ ਹੁੰਦਾ ਹੈ ਤੇ ਤੁਸੀਂ ਉਹਦੇ ਬੇਸ ਤੇ ਟਰੈਵਲ ਕਰਦੇ ਹੋ। ਹੁਣ ट्रैवल डॉक्यूमेंट ਨੂੰ ਕਹਿੰਦਾ ਕਿ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਇਨਕੰਪਲੀਟ ਹੈ, ਆਇਲਟਸ ਜਾਂ ਤੁਹਾਡੀ ਟ੍ਰਾਂਸਕ੍ਰਿਪਟ, ਤੁਹਾਡੀ ਡੀਐਮਸੀ ਹੋ ਡਿਗਰੀ, ਤੁਸੀਂ ਫਿਰ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ। ਉਹ ਬਈ ਇਹ ਤੇ ਉਹ ਗੱਲ ਹੋਈ ਕਿ ਇੱਕ ਪਰਸਨ ਜਾਂਦਾ ਹੈ ਟੇਲਰ ਦੇ ਕੋਲ ਕੱਪੜਾ ਲੈ ਕੇ, ਉਹਨੂੰ ਕਹਿੰਦਾ ਹੈ ਕਿ ਤੂੰ ਨਾ ਮੇਰੇ ਕੋਟ ਪੈਂਟ ਸਟਿਚ ਕਰ ਦੇ, ਤੇ ਆ ਗੱਲ ਕਹਿ ਕੇ ਚੱਲ ਜਾਂਦਾ ਵਾ। ਹੁਣ ਦੱਸੋ ਉਹ ਟੇਲਰ ਕੱਪੜਾ ਸਟਿਚ ਕਰ ਲੇਗਾ? ਕਿਵੇਂ ਕਰੇਗਾ? ਉਹਨੂੰ ਮੇਜਰਮੈਂਟ ਦਿੱਤੀ ਨਹੀਂ। ਹੁਣ ਮੇਜਰਮੈਂਟ ਕੀ ਹੈ ਕਿ ਉਹਨੂੰ ਮੇਜਰਮੈਂਟ ਦਿੱਤਾ ਹੋਏਗਾ, ਡਿਜ਼ਾਈਨ ਦੱਸਿਆ ਹੋਏਗਾ, ਤਾਂ ਹੀ ਉਹ ਜਿਹੜਾ ਟੇਲਰ ਹੈ ਉਹ ਕੋਟ ਪੈਂਟ ਸਟਿਚ ਕਰ ਸਕਦਾ ਹੈ। ਹੁਣ ਇਮੀਗ੍ਰੇਸ਼ਨ ਤੁਹਾਡੇ ਕੋਲ ਡਿਮਾਂਡ ਕਿਸ ਬੇਸ ਤੇ ਕਰੇ? ਤੁਹਾਡੇ ਕੋਲ ਆਇਲਟਸ ਨਹੀਂ ਹੈਗਾ, ਤੁਹਾਡੇ ਕੋਲ ਡੀਐਮਸੀ ਨਹੀਂ ਹੈਗੀਆਂ, ਤੁਸੀਂ ਵੀਜ਼ਾ ਅਪਲਾਈ ਕਰਤਾ। ਅਗਰ ਤੁਸੀਂ ਫਿਰ ਵੀ ਵੀਜ਼ਾ ਅਪਲਾਈ ਕਰ ਦਿੰਦੇ ਹੋ ਤੇ ਐਮਬੈਸੀ ਨੇ ਕੀ ਕਰਨਾ ਵਾ, ਇਸ ਕੇਸ ਵਿੱਚ ਡਿਸਮਿਸ ਕਰੇਗੀ, ਤੁਹਾਡਾ ਵੀਜ਼ਾ ਰਿਫਿਊਜ਼ ਕਰੇਗੀ, ਤੁਹਾਡੇ ਕੋਲ ਡਿਮਾਂਡ ਨਹੀਂ ਕਰੇਗੀ। ਬਿਕਾਜ਼ ਅਗਰ ਤੁਸੀਂ ਆਇਲਟਸ ਨਹੀਂ ਲਗਾਉਂਦੇ, ਇਟ ਮੀਨ ਟੂ ਸੇ ਕਿ ਤੁਸੀਂ ਭਾਵੇਂ ਉਸ ਤੋਂ ਅਪਲਾਈ ਕਰਨ ਤੋਂ ਬਾਅਦ 6.5 7.5 ਬੈਂਡ ਵੀ ਲੈਂਦੇ ਹੋ, 8 ਬੈਂਡ ਵੀ ਲੈਂਦੇ ਹੋ, ਤੁਹਾਡੀ ਫਾਈਲ ਨੋਨ ਐਸਡੀਐਸ ਹੀ ਜਾਏਗੀ, ਐਸਡੀਐਸ ਫਾਈਲ ਨਹੀਂ ਹੋਏਗੀ। ਕਿਉਂਕਿ ਆਈਐਲਟਸ लगाओगे एसडीएस कैटेगरी बन जाएगी, आईएलटीएस नहीं लगाओगे तो जनरल बन जाएगी। एम्बेसी उस टाइम ਤੁਹਾਨੂੰ ਇਹ ਨਹੀਂ ਪੁੱਛੇਗੀ ਕਿ ਤੁਸੀਂ ਅਗੇਨ ਐਸਡੀਐਸ ਵਿੱਚ ਕਨਵਰਟ ਹੋਣਾ ਚਾਹੁੰਦੇ ਹੋ ਕਿ ਨਹੀਂ। ਸੋ ਟਰੈਵਲ ਡਾਕੂਮੈਂਟ ਦੀ ਗੱਲ ਕੀਤੀ ਹੈ, ਉਹ ਪਾਸਪੋਰਟ ਹੈ ਤੇ ਪਾਸਪੋਰਟ ਦਾ ਟਾਈਮ ਅਨਲਿਮਿਟਡ ਹੋ ਚੁੱਕਾ ਹੈ। ਹਾਂਜੀ ਜੀ। ਨੈਕਸਟ ਕੁਐਸਚਨ ਜੀ ਸਾਡੇ ਕੋਲ ਆਇਆ ਰਿਵੀ ਵਰਮਾ ਜੀ ਦਾ। ਉਹ ਪੁੱਛ ਰਹੇ ਨੇ ਆਫਰ ਔਰ ਐਡਮਿਸ਼ਨ ਦੀ ਫੀਸ ਦੇਣੀ ਪੈਂਦੀ ਹੈ। ਰਿਦਮਾ ਜੀ ਆਫਰ ਦੀ ਗੱਲ ਕਰਦੇ ਆ ਤੇ ਆਲਮੋਸਟ 90% ਜਾਂ ਮੋਰ ਦੈਨ 90% ਜਿਹੜੇ ਕਾਲਜ ਹੈਗੇ ਨੇ ਉਹ ਆਫਰ ਵੇਵਰ ਦਿੰਦੇ ਨੇ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਸਾਡੀ ਅਲਬਰਟਾ ਇੰਟਰਨੈਸ਼ਨਲ ਦੀ ਕੰਪਨੀ ਵੱਲੋਂ 90% ਸਟੂਡੈਂਟਸ ਦੀ ਆਫਰਾਂ ਫ੍ਰੀ ਹੁੰਦੀਆਂ ਨੇ, ਚਾਹੇ ਉਹ ਕਾਲਜ ਤੁਹਾਡੇ ਕੋਲ ਲਵੇ ਚਾਹੇ ਨਾ ਲਵੇ। ਅਸੀਂ ਆਪਣੇ 90% ਸਟੂਡੈਂਟਸ ਨੂੰ ਆਫਰ ਲੈਟਰ ਦੀ ਫੀਸ ਵੇਵਰ ਦੇ ਦਿੰਦੇ ਹਾਂ। ਅਗਰ ਉਸ ਤੋਂ ਬਾਅਦ ਕਹਿੰਦੇ ਆ ਕਿ ਜੇ ਕੁਝ 10% ਕਾਲਜਾਂ ਦੀ ਕਾਲਜ ਜਾਂ ਯੂਨੀਵਰਸਿਟੀਆਂ ਦੀ ਆਫਰ ਲੈਟਰ ਦੀ ਫੀਸ ਹੁੰਦੀ ਹੈ, ਉਹ ਅਪਰੋਕਸੀਮੇਟਲੀ ਤੁਸੀਂ ਕਹਿ ਸਕਦੇ $50 ਤੋਂ ਲੈ ਕੇ $125 ਤੱਕ ਤੁਹਾਨੂੰ ਐਡਮਿਸ਼ਨ ਦੀ ਔਰ ਆਫਰ ਲੈਟਰ ਦੀ ਤੁਹਾਨੂੰ ਫੀਸ ਪੇ ਕਰਨੀ ਪਵੇਗੀ। ਹਾਂਜੀ। ਇਹ ਤੋਂ ਨੈਕਸਟ ਕੁਐਸਚਨ ਗੁਰਵਿੰਦਰ ਜੀ ਹੈ ਮਨਜੋਤ ਜੀ ਦਾ ਜਲੰਧਰ ਤੋਂ। ਹਾਂਜੀ। ਉਹਨਾਂ ਨੇ ਪੁੱਛਿਆ ਹੈ ਕਿ ਅਗਰ ਡੀਐਲਏ ਕਾਲਜ ਵਿੱਚ ਪੜ੍ਹਦੀ ਹਾਂ, ਹਾਂਜੀ, ਤਾਂ ਮੈਂ ਪੋਸਟ ਸਟੱਡੀ ਵਰਕ ਪਰਮਿਟ ਦੇ ਐਲੀਜੀਬਲ ਹਾਂ? ਦੇਖੋ ਕਾਲਜ ਡੀਐਲਆਈ ਦਾ ਮਤਲਬ ਹੈ ਕਿ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ, ਇੱਕ ਲਾਇਸੈਂਸ ਦਾ ਨੰਬਰ ਹੈ ਡੀਐਲਆਈ। ਕੈਨੇਡਾ ਦੇ ਆਲਮੋਸਟ ਸਾਰੇ ਕਾਲਜਾਂ ਦੇ ਕੋਲ ਡੀਐਲਆਈ ਨੰਬਰ ਹੈ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ। ਅਗਰ ਅਸੀਂ ਇੰਟਾਇਰ ਕੈਨੇਡਾ ਦੀ ਗੱਲ ਕਰਦੇ ਹਾਂ ਕਿਊਬੇਕ ਨੂੰ ਛੱਡ ਕੇ, ਉਹ ਲਵੇ ਓਨਟਾਰੀਓ, ਅਲਬਰਟਾ, ਮੈਨੀਟੋਬਾ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਗਰ ਤੁਸੀਂ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨ ਲੈਂਦੇ ਹੋ, ਤੁਹਾਡਾ ਕੋਰਸ 900 ਆਵਰਸ ਤੋਂ ਘੱਟ ਹੈ, ਦੈਨ ਤੁਹਾਡਾ ਪ੍ਰੋਗਰਾਮ ਪੋਸਟ ਸਟੱਡੀ ਵਰਕ ਪਰਮਿਟ ਐਲੀਜੀਬਲ ਨਹੀਂ ਹੈ। ਕਾਲਜ ਦਾ ਮੈਟਰ ਨਹੀਂ ਕਿ ਤੁਸੀਂ ਸਰਕਾਰੀ ਚੋਂ ਕਿ ਪ੍ਰਾਈਵੇਟ ਚੋਂ। ਪਹਿਲਾ ਤਾਂ ਪੁਆਇੰਟ ਇਹ ਹੈ ਕਿ ਡੀਐਲਏ ਦਾ ਮਤਲਬ ਹੈ ਕਿ ਡੀਐਲਏ ਇੱਕ ਕਾਲਜ ਦਾ ਇੱਕ ਲਾਇਸੈਂਸ ਹੈ। ਲਾਇਸੈਂਸ ਤੋਂ ਬਾਅਦ ਕੀ ਉਹ ਕਾਲਜ ਵਿੱਚ ਜਿਹੜਾ ਤੁਸੀਂ ਪ੍ਰੋਗਰਾਮ ਕਰਨ ਜਾ ਰਹੇ ਹੋ ਉਹ ਪੋਸਟ ਸਟੱਡੀ ਵਰਕ ਪਰਮਿਟ ਐਲੀਜੀਬਲ ਹੈ। ਕਿਉਂਕਿ ਹਾਂ ਜਿੰਨੇ ਵੀ ਰਾਜਕਮਲ ਜੀ ਪ੍ਰੋਗਰਾਮ ਹੈਗੇ ਆ ਨਾ, ਜਿੰਨੇ ਵੀ ਆਪਾਂ ਸਟੱਡੀ ਕਰਨ ਜਾਂਦੇ ਹਾਂ ਹਾਇਰ ਸਟੱਡੀ ਵਾਸਤੇ, ਉਹ ਸਾਰੇ ਪ੍ਰੋਗਰਾਮ ਦੀ ਅਲੱਗ-ਅਲੱਗ ਐਲੀਜੀਬਿਲਟੀ ਹੈ। ਇੱਕ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ ਹੈ, ਉਹ ਤੁਹਾਡਾ ਪੋਸਟ ਸਟੱਡੀ ਵਰਕ ਪਰਮਿਟ ਐਲੀਜੀਬਲ ਹੈ।
ਸੇਮ ਕੋਲ ਵਿੱਚ ਦੂਸਰਾ ਪ੍ਰੋਗਰਾਮ ਜਿਹੜਾ ਹੈਗਾ ਹੈ ਉਹ ਪੋਸਟ ਸਟੱਡੀ ਵਰਕ ਆਪਣੇ ਐਲੀਜੀਬਲ ਨਹੀਂ ਹੈ। ਸੋ ਤੁਹਾਨੂੰ ਆਪਣਾ ਫਿਊਚਰ ਡਿਸਾਈਡ ਕਰਨ ਤੋਂ ਪਹਿਲਾਂ ਦੇਖਣਾ ਪਏਗਾ ਕਿ ਤੁਸੀਂ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਹੋ ਉਹ ਸਰਕਾਰੀ ਕੋਲਜ ਹੈ ਪ੍ਰਾਈਵੇਟ ਕੋਲਜ ਹੈ, ਕਿ ਤੁਹਾਨੂੰ ਸਟੱਡੀ ਦੇ ਨਾਲ ਵੀ ਪਰਮਨੈਂਟ ਵਰਕ ਪਰਮਿਟ ਮਿਲਿਆ ਕਿ ਨਹੀਂ ਮਿਲਿਆ, ਡਿਫਰੈਂਟ ਥਿੰਗ ਹੈ। ਕਈ ਕੋਲਜਾਂ ਕੋ ਵਾਈਲ ਦਾ ਸਟੱਡੀ 20 ਇਅਰ ਦਾ ਵਰਕ ਪਰਮਿਟ ਹੈਗਾ ਹੈ, ਬਟ ਡੀਐਲਏ ਨੰਬਰ ਹੋਣ ਦੇ ਬਾਵਜੂਦ ਵੀ ਤੁਹਾਡਾ ਪ੍ਰੋਗਰਾਮ ਪੋਸਟ ਸਟੱਡੀ ਵਰਕ ਪਰਮਿਟ ਐਲੀਜੀਬਲ ਨਹੀਂ ਹੁੰਦਾ। ਸੋ ਇਹ ਜ਼ਰੂਰ ਧਿਆਨ 'ਚ ਰੱਖੋ ਕਿ ਤੁਹਾਡਾ ਪ੍ਰੋਗਰਾਮ ਜਿਹੜਾ ਹੈ ਉਹ ਪੋਸਟ ਸਟੱਡੀ ਵਰਕ ਪਰਮਿਟ ਦੀ ਕੈਟਾਗਰੀ ਵਿੱਚ ਆ ਰਿਹਾ ਹੈ ਕਿ ਨਹੀਂ ਆ ਰਿਹਾ। ਜੀ ਇਹ ਕੁਐਸਚਨ ਮੇਰੇ ਵੱਲੋਂ, ਹਾਂਜੀ, ਕੁਝ ਲੋਕ 5 ਲੱਖ 3 ਲੱਖ 9 ਲੱਖ ਵੱਖ-ਵੱਖ ਫੀਸ ਦੱਸਦੇ ਆ। ਇਹ ਫੀਸ ਦਾ ਕੀ ਰੌਲਾ? ਕਿ ਜਦ ਤੁਸੀਂ ਆਪਣਾ ਸਟੱਡੀ ਦਾ ਨਹੀਂ ਲੈਣਾ। ਨਹੀਂ ਜੀ, ਇਹ ਤਾਂ ਬੱਚਿਆਂ ਦੇ ਕੁਐਸਚਨ ਆ ਤੇ ਕੁਝ ਆਪਣੀ ਨੌਲੇਜ ਵਾਸਤੇ, ਕੁਝ ਬੱਚਿਆਂ ਦੀ ਨੌਲੇਜ ਵਾਸਤੇ। ਮੈਂ ਕਿਹਾ ਅਕੈਡਮੀ ਦੇ ਡਾਇਰੈਕਟਰ ਕੋਲ ਬੈਠੇ ਆ, ਕੁਝ ਇਹਨਾਂ ਦੀ ਨੌਲੇਜ ਵਾਜੂਗੀ, ਕੁਝ ਆਪਣੀ ਨੌਲੇਜ ਵਾਜੂਗੀ। ਫੀਸ ਦਾ ਕੀ ਰੌਲਾ? ਇਹਦੇ ਬਾਰੇ ਜਾਣੋ। ਫੀਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਪੁੱਛਦਾ ਹਾਂ। ਆਪਾਂ ਇੰਡੀਆ ਵਿੱਚ ਤੁਸੀਂ ਆਪਣੇ ਬੱਚੇ ਪੜ੍ਹਾ ਰਹੇ ਹੋ, ਰਾਈਟ? ਹਾਂਜੀ, ਸਾਡੇ ਕੋਲ ਪ੍ਰਾਈਵੇਟ ਵੀ ਸਕੂਲ ਕੋਲਜ ਹੈਗੇ ਨੇ ਤੇ ਸਰਕਾਰੀ ਵੀ ਹੈਗੇ ਨੇ। ਬਿਲਕੁਲ ਜੀ। ਤੁਸੀਂ ਇਹ ਦੱਸੋ ਫੀਸ ਜ਼ਿਆਦਾ ਕਿੱਥੇ ਆ, ਸਰਕਾਰੀ ਤੇ ਪ੍ਰਾਈਵੇਟ ਵਿੱਚ? ਪ੍ਰਾਈਵੇਟ ਵਿੱਚ। ਪ੍ਰਾਈਵੇਟ ਵਿੱਚ। ਅਗਰ ਇੰਡੀਆ ਦੇ ਵਿੱਚ ਪ੍ਰਾਈਵੇਟ ਕੋਲਜ ਫੀਸ ਜ਼ਿਆਦਾ ਲੈ ਰਿਹਾ ਵਾ, ਕੈਨੇਡਾ ਦੇ ਵਿੱਚ ਸਰਕਾਰੀ ਕੋਲਜ ਫੀਸ ਜ਼ਿਆਦਾ ਲੈ ਰਿਹਾ ਵਾ, ਬਿਲਕੁਲ ਜੀ। ਇਹਦਾ ਮਤਲਬ ਸਰਕਾਰ ਦੀ ਫੀਸ ਤੇ ਘੱਟ ਹੋਏਗੀ ਨਾ, ਘੱਟ ਹੋਣੀ ਚਾਹੀਦੀ। ਘੱਟ ਹੋਣੀ ਚਾਹੀਦੀ ਹੈ। ਅਗਰ ਸਰਕਾਰ ਫੀਸ ਜ਼ਿਆਦਾ ਲੈ ਰਹੀ ਹੈ, ਪ੍ਰਾਈਵੇਟ ਕੋਲਜ ਫੀਸ ਘੱਟ ਲੈ ਰਿਹਾ ਵਾ, ਇਹਦਾ ਮਤਲਬ ਉਹ ਪ੍ਰਾਈਵੇਟ ਕੋਲਜ ਜਿਹੜਾ ਹੈਗਾ ਏ ਉਹ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰ ਰਿਹਾ ਬੱਚੇ ਲਈ। ਜਿਹੜਾ ਸਟੂਡੈਂਟ ਚਾਹੁੰਦਾ ਹੈ ਕਿ ਮੈਂ ਉੱਥੇ SDS ਫਾਈਲ ਲਾ ਕੇ ਮੈਂ ਪੋਸਟ ਸਟੱਡੀ ਵਰਕ ਪਰਮਿਟ ਵਾਲੇ ਕੋਲਜ ਵਿੱਚ ਜਾਵਾਂ ਜਿੱਥੇ ਮੈਨੂੰ ਆਰਾਮ ਨਾਲ PR ਮਿਲ ਸਕੇ, ਜਿਹੜਾ ਮੇਰਾ ਪ੍ਰੋਗਰਾਮ ਹੈ ਉਹਨੂੰ ਗਵਰਨਮੈਂਟ ਪ੍ਰੋਪਰ ਅਪਰੂਵ ਕਰਦੀ ਹੋਵੇ। ਬਟ ਉਹਦੇ ਨਾਲ ਪ੍ਰਾਈਵੇਟ ਕਾਲਜ ਨੇ ਜਿਹਨੇ 3 4 5 ਲੱਖ ਫੀਸ ਲੈ ਕੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਅਪਲਾਈ ਕਰੋ, 4 ਲੱਖ ਫੀਸ ਪੇ ਕਰ ਦਿਓ। ਉਹ ਪਤਾ ਕੀ ਹੈਗਾ ਵਾ, ਜਿਵੇਂ ਇੱਥੇ ਆਪਾਂ ਆਈਲੈਂਡ ਸੈਂਟਰ ਚਲਾਣੇ ਪਏ ਨਾ, ਕੋਈ 1500 2000 ਸਕੁਅਰ ਫੀਟ ਜਗ੍ਹਾ ਲੈ ਕੇ ਆਪਾਂ ਸੈਂਟਰ ਖੋਲਿਆ ਤੇ 40-50 ਬੱਚੇ ਪੜ੍ਹਾ ਰਹੇ ਹਾਂ। ਸੇਮ ਚੀਜ਼ ਉਹ ਚੀਜ਼ ਕਰਦੇ ਪਏ ਨੇ। ਉਹ ਕੀ ਆ, 200-400 ਬੱਚੇ ਵੀ ਪੜ੍ਹਾਉਣ ਵਾਸਤੇ ਉਹ ਸੈਸ਼ਨ ਲੈ ਰਹੇ ਕਿ ਆਪਾਂ ਜਦੋਂ ਹਫਤੇ 'ਚ 2 ਦਿਨ ਕਲਾਸ ਹੈ, ਤੁਸੀਂ 3-4 ਲੱਖ ਫੀਸ ਪੇ ਕਰੋ ਤੇ ਆ ਜਾਓ। ਬਟ ਉਹਦੇ ਵਿੱਚ ਕੀ ਹੈ, ਬੱਚੇ ਦਾ ਪ੍ਰੈਜ਼ੈਂਟ ਪੈਸਾ ਤੇ ਬਚ ਰਿਹਾ ਵਾ, ਫਿਊਚਰ ਖਰਾਬ ਹੋ ਰਿਹਾ ਵਾ। ਸੋ ਅਗਰ ਅਸੀਂ ਗੱਲ ਕਰਦੇ, ਕੁਝ ਸਾਡੇ ਕੋਲ ਕੈਨੇਡਾ ਦੇ ਵਿੱਚ ਜਿਹੜੇ ਪ੍ਰਾਈਵੇਟ ਕਾਲਜ ਹੈਗੇ ਨੇ ਜਿਨ੍ਹਾਂ ਦੀ ਫੀਸ ਘੱਟ ਹੈਗੀ ਹੈ, ਲਾਈਕ ਕਿਊਬੈਕ ਦੀ ਗੱਲ ਕਰਦੇ ਹਾਂ, ਬਟ ਉਹ ਜਿਹੜੇ ਕਾਲਜ ਫੀਸ ਘੱਟ ਹੈ ਉਹਨਾਂ ਦੇ ਵਿੱਚ ਸਾਰੇ ਪ੍ਰੋਗਰਾਮ PR ਲਈ ਜਾਂ ਸਾਡੇ ਵਰਕ ਪਰਮਿਟ ਐਲੀਜੀਬਲ ਨਹੀਂ ਹੈਗੇ। ਇਹ ਚੀਜ਼ ਨੂੰ ਧਿਆਨ ਨਹੀਂ ਪਏਗੀ। ਅਗਰ ਬੱਚੇ ਕੋਲ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਹੈਗਾ ਤੇ ਉਹ ਸਟੂਡੈਂਟ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਹੋਣ ਦੇ ਕਰਕੇ ਫਰਦਰ PR ਐਲੀਜੀਬਲ ਨਹੀਂ ਹੋ ਸਕਦਾ। ਨੈਕਸਟ ਕੁਐਸਚਨ ਗੁਰਵਿੰਦਰ ਜੀ ਸਾਨੂੰ WhatsApp ਤੇ ਆਇਆ ਹੈ। ਇਹ ਕੁਐਸਚਨ ਸਰਦਾਰ ਹਰਦੇਵ ਸਿੰਘ ਨੇ ਪੁੱਛਿਆ ਹੈ। ਉਹ ਪੁੱਛਦੇ ਨੇ ਵੀ ਕੈਨੇਡਾ ਵੀਜ਼ਾ ਲੈਣ ਲਈ ਫੀਸ ਕਦੋਂ ਪੇ ਹੁੰਦੀ ਹੈ, ਆਫਟਰ ਵੀਜ਼ਾ ਜਾਂ ਬਿਫੋਰ ਵੀਜ਼ਾ? ਅਗਰ ਹਰਦੇਵ ਜੀ ਮੈਂ ਤੁਹਾਨੂੰ ਇਹ ਗੱਲ ਪੁੱਛਾਂ ਕਿ ਤੁਸੀਂ ਆਪਣੇ ਕਜ਼ਨ ਬ੍ਰਦਰ ਦੀ, ਕਜ਼ਨ ਸਿਸਟਰ ਦੀ 9 ਲੱਖ ਰੁਪਏ ਫੀਸ ਪੇ ਕਰ ਦੋਗੇ? ਤੁਹਾਨੂੰ ਕੀ ਲੱਗਦਾ ਪੇ ਕਰ ਦੇਗਾ? ਬੜਾ ਔਖਾ ਕੰਮ ਹੈ। ਤੁਸੀਂ ਪੇ ਕਰ ਦੋਗੇ 9 ਲੱਖ ਰੁਪਏ? ਨਾ ਜੀ, ਕਿੱਥੇ? ਮੇਰੀ ਜੇਬ ਅਲਾਉ ਨਹੀਂ ਕਰਦੀ। ਹਾਂ ਬਿਲਕੁਲ। ਹੁਣ ਅਗਰ ਤੂੰ ਉਹ ਆਪਣੇ ਕਜ਼ਨ ਦੀ ਫੀਸ ਪੇ ਨਹੀਂ ਕਰ ਰਿਹਾ, ਤੁਸੀਂ ਫੀਸ ਨਹੀਂ ਪੇ ਕਰ ਸਕਦੇ, ਮੈਂ ਨਹੀਂ ਫੀਸ ਪੇ ਕਰ ਸਕਦਾ, ਅਸੀਂ ਤਾਂ ਆਪਣੇ ਬੱਚਿਆਂ ਦੀ ਫੀਸਾਂ ਬੜੀ ਮੁਸ਼ਕਲ ਪੇ ਕਰਾਂਗੇ। ਬਿਲਕੁਲ। ਤੇ ਆਪਾਂ ਇੱਕ ਸਾਡੇ ਕੋਲ ਜਿਹੜਾ ਅਨਨੋਨ ਸਾਡੇ ਕੋਲ ਕਲਾਇੰਟ ਆਇਆ ਵਾ, ਅਸੀਂ ਉਹਦੀ ਕਿੱਦਾਂ ਕਵਾਂਗੇ ਕਿ ਤੁਸੀਂ ਆਫਟਰ ਵੀਜ਼ਾ ਫੀਸ ਪੇ ਕਰ ਦਿਓ? ਦੇਖੋ ਹਰਦੇਵ ਜੀ, ਆਫਟਰ ਵੀਜ਼ਾ ਦਾ ਜਿਹੜਾ ਹੈਗਾ ਨਾ ਉਹ ਬਸ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਗੇਨ ਹੁਣੇ ਆਪਾਂ ਲਾਸਟ ਕੁਐਸਚਨ ਜਿਹੜਾ ਸਾਨੂੰ ਇੱਕ ਬੱਚੇ ਕੋਲ ਪੁੱਛਿਆ ਗਿਆ ਸੀ ਕਿ ਫੀਸ ਦਾ ਕੀ ਜੋ ਰਾਜ ਕਮਲ ਨੇ ਪੁੱਛਿਆ ਸੀ ਕਿ ਫੀਸ ਦਾ ਕੀ ਕਪੜਾ ਹੈ। ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲੈਂਦੇ ਹੋ ਦੈਨ ਤੁਸੀਂ ਉਹਦੇ ਵਿੱਚ ਪ੍ਰਾਈਵੇਟ ਕਾਲਜ ਜੋ ਮਰਜ਼ੀ ਕਰ ਸਕਦਾ ਵਾ, ਉਹ ਤੁਹਾਨੂੰ ਵਿਦਾਊਟ ਫੀਸ ਵੀ ਐਡਮਿਸ਼ਨ ਦੇ ਦੇਗਾ ਐਂਡ ਉਹ ਤੁਹਾਨੂੰ ਵਿਦਾਊਟ ਫੀਸ ਲਿੱਤੀਆਂ ਵੀ ਰਿਸਿਪਟ ਇਸ਼ੂ ਕਰ ਦੇਗਾ। ਬਟ ਇੱਕ ਗਵਰਨਮੈਂਟ ਕਾਲਜ, ਇੱਕ ਚੰਗਾ ਕਾਲਜ ਵਿਦਾਊਟ ਫੀਸ ਤੁਹਾਨੂੰ ਰਿਸਿਪਟ ਇਸ਼ੂ ਨਹੀਂ ਕਰੇਗਾ। ਜਦੋਂ ਅਸੀਂ ਕੈਨੇਡੀਅਨ ਹਾਈ ਕਮਿਸ਼ਨ ਵਿੱਚ ਵੀਜ਼ਾ ਲੈਣ ਵਾਸਤੇ ਫਾਈਲ ਸਬਮਿਟ ਕਰਦੇ ਹਾਂ ਨਾ, ਉਹਦੇ ਵਿੱਚ ਕੰਡੀਸ਼ਨ ਹੁੰਦੀ ਹੈ, ਚੈੱਕ ਲਿਸਟ ਹੈ ਕਿ ਤੁਹਾਨੂੰ ਆਪਣੇ ਆਈਲੈਟਸ, ਤੁਹਾਨੂੰ ਆਪਣੀ ਆਫਰ ਲੈਟਰ ਜਿਹਨੂੰ ਅਸੀਂ ਲੈਟਰ ਆਫ ਐਕਸੈਪਟੈਂਸ ਵੀ ਕਹਿੰਦੇ ਆ, ਤੇ ਤੁਹਾਨੂੰ ਆਪਣੀ ਫੀਸ ਰਿਸਿਪਟ ਅਪਲੋਡ ਕਰਨੀ ਪਏਗੀ। ਅਗਰ ਤੁਹਾਡੇ ਕੋਲ ਫੀਸ ਦੀ ਰਿਸਿਪਟ ਨਹੀਂ ਹੈਗੀ ਨਾ, ਤੁਸੀਂ ਸਟੱਡੀ ਵੀਜ਼ਾ ਨਹੀਂ ਲੈ ਸਕਦੇ। ਤਾਂ ਪ੍ਰਾਈਵੇਟ ਕਾਲਜ ਜਿਹੜੇ ਹੈਗੇ ਨੇ ਉਹ ਏਜੰਟ ਜੋ ਮਰਜ਼ੀ ਕਰਵਾ ਲੈਣ, ਕਿਉਂਕਿ ਵਰਕ ਪਰਮਿਟ ਤੇ ਮਿਲਣਾ ਨਹੀਂ ਹੈ, ਪੋਸਟ ਸਟੱਡੀ ਵਰਕ ਪਰਮਿਟ। ਸਟੱਡੀ ਨਾਲ ਵਰਕ ਪਰਮਿਟ ਮੇ ਵੀ ਮਿਲ ਸਕਦਾ ਹੋਏਗਾ, ਪੋਸਟ ਸਟੱਡੀ ਨਹੀਂ ਮਿਲੇਗਾ। ਤਾਂ ਉਹਦੇ ਵਿੱਚ ਕੀ ਹੈ ਕਿ ਏਜੰਟ ਕਹਿੰਦਾ ਜੀ ਮੈਂ ਆਪਣੇ ਕੋਲ ਫੀਸ ਪੇ ਕਰ ਦਾਂਗਾ,
ਉਹਨਾਂ ਨੂੰ ਕਹੋ ਤੁਸੀਂ ਫੀਸ ਪੇ ਕਰੋ ਲੈਂਟਰ ਕਾਲਜ ਦੀ, ਜਾਰਜੀਅਨ ਕਾਲਜ ਦੀ, ਅਲਗੋਮਾ ਯੂਨੀਵਰਸਿਟੀ ਦੀ, ਇਹਨਾਂ ਕਾਲਜਾਂ ਦੀ ਫੀਸ ਪੇ ਕਰੇ ਕੋਈ ਤੇ ਆਪਾਂ ਗੱਲ ਕਰ ਸਕਦੇ ਹਾਂ। ਸੋ ਅਲਟੀਮੇਟ ਚੰਗੇ ਕਾਲਜ ਵਿੱਚ, ਸਰਕਾਰੀ ਕਾਲਜ ਵਿੱਚ ਤੁਹਾਨੂੰ ਆਪਣੀ ਫੀਸ ਆਪ ਹੀ ਕਰਨੀ ਪਏਗੀ। ਮੈਂ ਜਾਂ ਤੁਹਾਡਾ ਕੋਈ ਸਰਕਲ, ਤੁਹਾਡੇ ਫੈਮਿਲੀ ਰਿਲੇਸ਼ਨ, ਕੋਈ ਥਰਡ ਪਰਸਨ ਪੇ ਨਹੀਂ ਕਰੇਗਾ, ਤੁਸੀਂ ਤੇ ਤੁਹਾਡੇ ਪੇਰੈਂਟਸ ਹੀ ਫੀਸ ਪੇ ਕਰਨਗੇ, ਜਿਹੜੀ ਤੁਹਾਨੂੰ ਵੀਜ਼ਾ ਲੈਣ ਲਈ, ਵੀਜ਼ੇ ਦੀ ਚੈੱਕਲਿਸਟ ਕੰਪਲੀਟ ਕਰਨ ਵਾਸਤੇ ਤੁਹਾਨੂੰ ਬਿਫੋਰ ਵੀਜ਼ਾ ਫੀਸ ਪੇ ਕਰਨੀ ਪੈਣੀ ਹੈ। ਅਗਰ ਬਿਫੋਰ ਵੀਜ਼ਾ ਫੀਸ ਨਹੀਂ ਪੇ ਕਰ ਹੋ ਰਹੀ, ਇਹਦਾ ਮਤਲਬ ਕਿਤੇ ਨਾ ਕਿਤੇ ਤੁਹਾਡੇ ਨਾਲ ਫਿਰ ਖਿਲਵਾੜ ਹੋ ਰਿਹਾ ਹੈ। ਬੀ ਕੇਅਰਫੁਲ ਫਰੋਮ ਦੈਟ। ਹਾਂਜੀ ਗੁਰਵਿੰਦਰ ਜੀ, ਨੈਕਸਟ ਕੁਐਸਚਨ ਸਾਡੇ ਕੋਲ ਅਮਨਦੀਪ ਜੀ ਦਾ। ਉਹ ਪੁੱਛਦੇ ਨੇ ਮੇਰਾ ਕੈਨੇਡਾ ਦਾ ਸਟੱਡੀ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਹੁਣ ਮੇਰਾ ਫਿਊਚਰ ਕੀ ਹੈ? ਅਮਨਦੀਪ ਜੀ, ਫਿਊਚਰ ਤੁਹਾਡਾ ਬਹੁਤ ਬ੍ਰਾਈਟ ਹੈ ਕਿ ਡਾਰਕ ਹੈ, ਆਪਾਂ ਰਾਈਟ ਨਾਓ ਡਿਫਾਈਨ ਨਹੀਂ ਕਰ ਸਕਦੇ, ਬਿਕਾਜ਼ ਮੈਨੂੰ ਤੁਹਾਡੀ ਪ੍ਰੀਵੀਅਸ ਪ੍ਰੋਫਾਈਲ ਨਹੀਂ ਪਤਾ ਕਿ ਤੁਹਾਡੀ ਡੋਮੈਸਟਿਕ ਇੰਡੀਅਨ ਪ੍ਰੋਫਾਈਲ ਕੀ ਹੈ ਐਂਡ ਤੁਸੀਂ ਕੈਨੇਡਾ ਵਿੱਚ ਕੀ ਚੂਜ਼ ਕੀਤਾ ਸੀ। ਹੋ ਸਕਦਾ ਉਹਨਾਂ ਦੇ ਆਪਸ ਵਿੱਚ ਕੋਈ ਰਿਲੇਸ਼ਨ ਨਾ ਹੋਵੇ, ਰੈਲੀਵੇਸ਼ਨ ਆਪ ਬੇਸੀ ਹੋਵੇ, ਜਾਂ ਹੋ ਸਕਦਾ ਵਾ ਕਿ ਰੈਲੀਵੇਸ਼ਨ ਹੈਗੀ ਹੈ ਬਟ ਤੁਸੀਂ ਆਪਣਾ ਪਰਪਸ ਆਫ ਸਟੱਡੀ ਅੰਬੈਸੀ ਅਫਸਰ ਨੂੰ ਜਸਟੀਫਾਈ ਨਹੀਂ ਕਰ ਪਾਏ, ਉਹਨੂੰ ਸਮਝਾ ਨਹੀਂ ਪਾਏ ਕਿ ਤੁਹਾਡਾ ਕੈਨੇਡਾ ਵਿੱਚ ਪੜ੍ਹਨਾ ਜ਼ਰੂਰੀ ਕਿਉਂ ਹੈ, ਤੁਸੀਂ ਕੈਨੇਡਾ ਹੀ ਕਿਉਂ ਚੂਜ਼ ਕੀਤਾ। ਸੋ ਇਹਦੇ ਵਾਸਤੇ ਇਹਨੂੰ ਡਿਫਾਈਨ ਕਰਨ ਲਈ ਬੇਸਿਕ ਰੀਜ਼ਨ ਤੁਹਾਡਾ ਜੈਨੂਇਨ ਰੀਜ਼ਨ ਕੀ ਹੈ, ਕੀ ਆਪਾਂ ਦੁਬਾਰਾ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ, ਕੀ ਆਪਸ਼ਨਸ ਹੈਗੀਆਂ ਨੇ, ਉਹਦੇ ਲਈ ਤੁਸੀਂ ਤੁਹਾਨੂੰ ਇੱਕ ਵਾਰੀ ਮਿਲਣਾ ਪਏਗਾ, ਤੁਹਾਡੇ ਡਾਕੂਮੈਂਟ ਸਟੱਡੀ ਕਰਾਂਗੇ, ਉਸ ਤੋਂ ਬਾਅਦ ਹੀ ਕੋਈ ਗਾਈਡ ਕਰ ਸਕਦੇ ਹਾਂ। ਤਾਂ ਬੈਟਰ ਹੈ ਕਿ ਸਾਡੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ। ਹਾਂਜੀ, ਇਸ ਤੋਂ ਨੈਕਸਟ ਕੁਐਸਚਨ ਸੈਮ ਦਾ ਜੀ ਬਟਾਲੇ ਤੋਂ। ਸੈਮ ਜੀ ਪੁੱਛਦੇ ਨੇ ਵੀ ਯੂਕੇ ਤੋਂ ਇਲਾਵਾ ਹਾਂਜੀ ਸਪਾਊਸ ਲਈ ਕੋਈ ਸਾਡੇ ਕੋਲ ਹੋਰ ਕੰਟਰੀ ਹੈਗਾ ਵਿਦਆਊਟ ਆਈਲੈਟਸ? ਦੇਖੋ ਸੈਮ ਜੀ, ਸਪਾਊਸ ਦੀ ਗੱਲ ਕਰਦੇ ਹਾਂ, ਸਪਾਊਸ ਦਾ ਵੀਜ਼ਾ ਮਿਲਦਾ ਹੈ ਮੇਨ ਐਪਲੀਕੈਂਟ ਦੇ ਬੇਸ ਤੇ। ਮੇਨ ਐਪਲੀਕੈਂਟ ਨੂੰ ਸਟੱਡੀ ਵੀਜ਼ਾ ਲੈਣਾ ਪਏਗਾ ਐਂਡ ਉਹਨੂੰ ਸਟੱਡੀ ਵੀਜ਼ਾ ਵਾਸਤੇ ਆਇਲਟਸ ਕਰਨੀ ਪਏਗੀ, ਚਾਹੇ ਉਹ ਤੁਸੀਂ ਕੈਨੇਡਾ ਅਪਲਾਈ ਕਰ ਲਓ, ਚਾਹੇ ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਲਓ, ਬਟ ਤੁਸੀਂ ਉਹਨਾਂ ਦੇ ਬੇਸ ਤੇ ਡਿਪੈਂਡੈਂਟ ਵੀਜ਼ਾ ਪਾਣਾ ਵਾ, ਸਪਾਊਸ ਕੇਸ ਆਪਣਾ ਅਪਲਾਈ ਕਰੋਗੇ ਐਂਡ ਸਪਾਊਸ ਨੂੰ ਆਇਲਟਸ ਕਰਨੀ ਜ਼ਰੂਰੀ ਨਹੀਂ ਹੈ। ਉਹਦੇ ਵਿੱਚ ਤੁਹਾਡੀ ਦਿਲ ਕਰਦਾ ਵਾ, ਤੁਹਾਨੂੰ ਆਪਣੀ ਪਰਫਾਰਮੈਂਸ ਵਧੀਆ ਦਿਖਾਉਣਾ ਚਾਹੁੰਦੇ ਹੋ, ਦੈਨ ਤੁਸੀਂ ਆਇਲਟਸ ਦਾ ਐਗਜ਼ਾਮ ਦੇ ਸਕਦੇ ਹੋ। ਅਦਰਵਾਈਜ਼ ਸਪਾਊਸ ਦੇ ਵਿੱਚ ਅਨਪੜ੍ਹ ਪਰਸਨ ਦਾ ਵੀ ਵੀਜ਼ਾ ਆਇਆ ਹੋਇਆ ਹੈ, ਸਾਡਾ ਆਪਣਾ ਐਕਸਪੀਰੀਅੰਸ ਹੈ, ਅਸੀਂ ਵੀਜ਼ਾ ਦਿੱਤਾ ਹੋਇਆ ਵਾ ਕਿ ਜਿਹੜਾ ਮੇਨ ਐਪਲੀਕੈਂਟ ਹੈ ਉਹਦਾ ਸਟੱਡੀ ਵੀਜ਼ਾ ਹੈ, ਉਹਦਾ ਜਿਹੜਾ ਸਪਾਊਸ ਉਹਦਾ ਹਸਬੰਡ ਹੈ ਉਹਦੀ ਕੁਆਲੀਫਿਕੇਸ਼ਨ ਕੋਈ ਵੀ ਨਹੀਂ ਸੀ, ਉਹਦੇ ਕੋਲ ਕੋਈ ਡਾਕੂਮੈਂਟ ਨਹੀਂ ਸੀ, ਸੋ ਉਹਦਾ ਪਾਸਪੋਰਟ ਵੀ ਅਨਪੜ੍ਹ ਦਾ ਬਣਿਆ ਹੈ ਤੇ ਉਹ ਅਨਪੜ੍ਹ ਦਾ ਹੀ ਵੀਜ਼ਾ ਸਪਾਊਸ ਉੱਪਰ ਵਰਕ ਪਰਮਿਟ ਸਾਨੂੰ ਕੈਨੇਡਾ ਦਾ ਮਿਲਿਆ ਹੋਇਆ ਹੈ। ਹਾਂਜੀ ਨੈਕਸਟ ਕੁਐਸਚਨ ਸਾਡੇ ਕੋਲ ਹੈਗਾ ਜੀ ਗੁਰਵਿੰਦਰ ਜੀ ਸਿਮਰਨਜੀਤ ਦਾ। ਸਿਮਰਨਜੀਤ ਸਿੰਘ ਪੁੱਛਦੇ ਨੇ ਕੈਨੇਡਾ ਦੀ ਫੀਸ ਕਿੰਨੀ ਹੈ? ਸਿਮਰਜੀਤ ਜੀ, ਕੈਨੇਡਾ ਦੀ ਜਿਹੜੀ ਫੀਸ ਦੀ ਗੱਲ ਕਰਦੇ ਆ, ਅਗਰ ਤੁਸੀਂ ਗਵਰਨਮੈਂਟ ਔਰ ਕਿਸੇ ਚੰਗੇ ਕਾਲਜ ਵਿੱਚ ਅਪਲਾਈ ਕਰਦੇ ਹੋ ਤੇ ਜਿਹੜੀ ਫੀਸ ਹੈ $13,000 ਤੋਂ ਸਟਾਰਟ ਹੋ ਕੇ 18 ਤੋਂ $19,000 ਤੱਕ ਜਾਏਗੀ। ਸੋ ਬੇਸਿਕਲੀ ਆਪਾਂ ਗੱਲ ਕਰਦੇ ਹਾਂ ਕਿ ਸਾਲ ਦੀ ਫੀਸ 7 ਲੱਖ ਤੋਂ ਲੈ ਕੇ 9.5 ਲੱਖ ਤੱਕ ਅਪਰੋਕਸੀਮੇਟਲੀ ਫੀਸ ਹੁੰਦੀ ਹੈ ਅਗਰ $55 ਦਾ ਰੇਟ ਹੋਏਗਾ ਤੇ। ਹਾਂਜੀ ਜੀ ਗੁਰਵਿੰਦਰ ਜੀ, ਨੈਕਸਟ ਕੁਐਸਚਨ ਸਾਡਾ ਹੈ ਵੀ ਆਲਸ ਐਗਜ਼ਾਮ ਦੇ ਹੋ ਨਹੀਂ ਰਹੇ, ਬਿਲਕੁਲ ਨਹੀਂ ਹੋ ਰਹੇ ਜੀ, ਤੇ ਬੱਚਿਆਂ ਲਈ ਇਹਦੇ ਰਿਗਾਰਡਿੰਗ ਕੋਈ ਹੋਰ ਕੋਈ ਸੋਲੂਸ਼ਨ ਹੋਵੇ? ਦੇਖੋ ਸਟੂਡੈਂਟਸ ਦਾ ਹੋਰ ਕੋਈ ਸੋਲੂਸ਼ਨ ਅਗਰ ਗੱਲ ਕਰਦੀ ਹੈ, ਕੈਨੇਡਾ ਇੰਡੀਅਨ ਤੋਂ ਜਿਹੜੀ ਮੇਨ ਐਪਲੀਕੇਸ਼ਨ ਲੈਂਦਾ ਉਹ ਲੈਂਦਾ ਵਾ ਅੰਡਰ ਐਸਡੀਐਸ। ਹਾਂਜੀ, ਜੋ ਅਸੀਂ ਇਹ ਗੱਲ ਕਰ ਰਹੇ ਹਾਂ, ਪਹਿਲਾਂ ਐਸਪੀਪੀ ਹੁੰਦਾ ਸੀ ਤੇ ਹੁਣ ਉਹ ਕਨਵਰਟ ਕੀਤਾ ਗਿਆ ਵਾ ਐਸਡੀਐਸ ਦੇ ਵਿੱਚ। ਤੋਂ ਐਸਡੀਐਸ ਦੀਆਂ ਜੋ ਰਿਕੁਆਇਰਮੈਂਟ ਹੈ ਅਗੇਨ ਅੱਜ ਵੀ ਕੋਵਿਡ-19 ਦੇ ਦੌਰਾਨ ਵੀ ਜੋ ਹੈਗੀਆਂ ਨੇ ਕੁਝ ਵੀ ਚੇਂਜ ਨਹੀਂ ਹੋਇਆ। 6 ਓਵਰ ਐਂਡ 6 ਈਚ ਹਰ ਨਿਊਜ਼ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ 6 ਬੈਂਡ ਬੱਚੇ ਨੂੰ ਲੈਣੇ ਪੈਣਗੇ, ਉਹ ਤਾਂ ਹੀ ਐਸਡੀਐਸ ਵਿੱਚ ਵਿਜ਼ਿਟ ਹੋਏਗਾ। ਬਟ ਫਿਰ ਵੀ ਮਾਰਕੀਟ ਵਿੱਚ ਇੱਕ ਅਫਵਾਹਾਂ ਦਿੱਤੀਆਂ ਜਾ ਰਹੀਆਂ ਨੇ ਕਿ ਹਿਊਮਾ ਹੈ ਕਿ ਵਿਦਆਊਟ ਆਇਲਟਸ ਅਪਲਾਈ ਕਰ ਲਓ, ਕਾਲਜ ਵੀ ਲੈ ਰਿਹਾ ਵਾ। ਉਸ ਤੋਂ ਬਾਅਦ ਕਹੇ ਕਿ ਡਲਿੰਗੋ ਟੈਸਟ ਇੱਕ ਚੱਲ ਰਿਹਾ ਜੀ, ਪੰਜਾਬੀਆਂ ਵਾਸਤੇ ਨਵਾਂ ਟੈਸਟ ਹੈਗਾ ਬੇਸਿਕਲੀ, ਬਟ ਆਲਰੇਡੀ ਪੁਰਾਣਾ ਟੈਸਟ ਹੈ। ਬਟ ਕੈਨੇਡੀਅਨ ਹਾਈ ਕਮਿਸ਼ਨ ਨੇ ਇੱਕ ਹੀ ਟੈਸਟ ਨੂੰ ਅਪਰੂਵ ਕੀਤਾ ਹੈ ਸਟੱਡੀ ਵੀਜ਼ੇ ਲਈ ਅੰਡਰ ਐਸਡੀਐਸ, ਦੈਟ ਇਜ਼ ਆਇਲਟਸ। ਆਇਲਟਸ ਤੋਂ ਇਲਾਵਾ ਕੋਈ ਵੀ ਹੋਰ ਟੈਸਟ ਕੈਨੇਡੀਅਨ ਹਾਈ ਕਮਿਸ਼ਨ ਨੇ ਅੰਡਰ ਐਸਡੀਐਸ ਵਿੱਚ ਨਹੀਂ ਕੀਤਾ। ਅਗਰ ਤੁਸੀਂ ਫਾਈਲ ਨੋਨ ਐਸਡੀਐਸ ਲਗਾ ਰਹੇ ਹੋ ਫਿਰ ਤੁਸੀਂ ਕੋਈ ਹੋਰ ਟੈਸਟ ਕਰ ਲਓ ਜਾਂ ਤੁਸੀਂ ਵਿਦਆਊਟ ਆਇਲਟਸ ਅਪਲਾਈ ਕਰ ਲਓ, ਦੈਟ ਵਿਲ ਬੀ ਰਿਮੇਨ ਸੇਮ। ਦੋਵਾਂ ਦਾ ਮਤਲਬ ਸੇਮ ਹੋਏਗਾ, ਇਹਦੇ ਵਿੱਚ ਕੋਈ ਵੀ ਅੰਤਰ ਨਹੀਂ ਹੈਗਾ। ਇਹਦੇ ਨਾਲ ਨਾ ਤੁਹਾਨੂੰ ਇੱਕ ਗੱਲ ਹੋਰ ਆਪਣੇ ਕੋਲ ਐਡ ਕਰਾਂਗਾ, ਜਿਹੜੇ ਕਾਲਜ ਅੱਜ ਤੋਂ 4 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਦੀ ਗੱਲ ਕਰਦੇ ਆ, ਉਹ 6.5 ਬੈਂਡ ਤੋਂ ਘੱਟ ਗੱਲ ਨਹੀਂ ਕਰਦੇ ਸੀ। ਬਿਲਕੁਲ
ਕਿ ਆਪਾਂ ਦੀ 6.5 ਓਵਰ 6 ਇੰਚ ਲੈਣੇ ਚਾਹੇ ਬੱਚਾ ਪਲੱਸ 2 ਦਾ ਕਿਉਂ ਨਾ ਹੋਵੇ ਜਦੋਂ ਕਿ ਐਮਬੈਸੀ ਰਿਕੁਆਇਰਮੈਂਟ 6 ਹੈ ਬਟ ਉਹ 6.5 ਬੈਂਡ ਡਿਮਾਂਡ ਕਰਦੇ ਸੀ। ਅੱਜ ਉਸ ਕਾਲਜਾਂ ਦੇ ਕੋਲ ਆਪਣੇ ਸਟਾਫ ਨੂੰ ਤਨਖਾਹਾਂ ਦੇ ਲਈ ਫੀਸਾਂ ਇਹਨਾਂ ਕੋਲ ਪੈਸਾ ਨਹੀਂ ਹੈਗਾ, ਉਹ ਪੈਸਾ ਖਤਮ ਹੋ ਜਾ ਰਿਹਾ ਵਾ। ਉਹ 6.5 ਵਾਲਾ ਜਿਹੜਾ ਕੋਲ ਆਕੜਿਆ ਹੁੰਦਾ ਸੀ ਕਿ ਮੈਂ 6.5 ਕੋਲ ਐਡਮਿਸ਼ਨ ਨਹੀਂ ਦੇਣੀ, ਜੋ ਮਰਜ਼ੀ ਕਰ ਲਓ, ਮੈਂ ਵੀ 70% ਕੋਲ ਐਡਮਿਸ਼ਨ ਨਹੀਂ ਦੇਣੀ। ਅੱਜ ਉਹ ਕੋਲ ਕਹਿ ਰਿਹਾ ਜੀ ਤੁਹਾਡੇ ਕੋਲ 5.5 ਬੈਂਡ ਆ, ਤੁਸੀਂ ਐਡਮਿਸ਼ਨ ਲੈ ਲਓ, ਤੁਹਾਡੇ ਕੋਲ 55% ਬੈਂਡ ਆ, ਐਡਮਿਸ਼ਨ ਲੈ ਲਓ। ਕੀ ਮੈਂ ਗੱਲ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਹੀ ਕਿ ਜਿਹੜੇ ਕਾਲਜ ਅੱਗੇ 70% ਐਡਮਿਸ਼ਨ ਲੈਂਦਾ ਸੀ, ਵੀਜ਼ਾ ਦਿੰਦਾ ਸੀ, ਅੱਜ ਐਮਬੈਸੀ ਉਸ ਚੀਜ਼ ਨੂੰ ਇਗਨੋਰ ਕਰੇਗੀ? ਬਿਲਕੁਲ ਵੀ ਨਹੀਂ ਕਰੇਗੀ, ਕਿਉਂਕਿ ਅਗਰ 70 ਅੱਜ ਤੋਂ 4 ਮਹੀਨੇ ਪਹਿਲਾਂ ਮਾਰਚ ਜਨਵਰੀ ਡੇਟ ਅਪਲਾਈ ਕੀਤੀ ਗਈ ਸੀ, ਜਨਵਰੀ ਡੇਟ ਦੇ ਵੀਜ਼ੇ ਆਏ ਨੇ 70% ਦੇ ਨਾਲ, ਸਤੰਬਰ ਦੇ 50% ਵੀਜ਼ੇ ਆਉਣਗੇ? ਬਿਲਕੁਲ ਨਹੀਂ ਆ ਸਕਦੇ। ਸੋ ਮਤਲਬ ਕਿ ਇਹ ਚੀਜ਼ਾਂ ਕਾਲਜ ਆਪਣੇ ਆਪ ਨੂੰ ਆਪਣਾ ਬਜਟ ਮੇਨਟੇਨ ਕਰਨ ਵਾਸਤੇ ਪੰਜਾਬੀਆਂ ਸਟੂਡੈਂਟ ਉਤੇ ਆਪਣੀ ਗੇਮ ਪਲੇ ਕਰ ਰਿਹਾ ਵਾ, ਭੋਲੇ ਭਾਲੇ ਪੰਜਾਬੀਆਂ ਨੂੰ ਗੁੰਮਰਾਹ ਕਰਦਾ ਪਿਆ ਜੇ। ਸੋ ਤੁਹਾਡਾ ਪੈਸਾ ਜੇ, ਤੁਹਾਡਾ ਫਿਊਚਰ ਜੇ, ਤੁਹਾਡਾ ਡਿਸੀਜਨ ਜੇ, ਅਸੀਂ ਗਾਈਡ ਕਰ ਸਕਦੇ ਹਾਂ, ਤੁਹਾਨੂੰ ਕੰਪੈਲ ਨਹੀਂ ਕਰ ਸਕਦੇ। ਕੁਝ ਵੀ ਸੋਚਣ ਸਮਝਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸਮਝ ਲਓ ਤਾਂ ਕਿ ਤੁਹਾਡਾ ਡਿਸੀਜਨ ਤੁਹਾਡੀ ਲਾਈਫ ਨੂੰ ਲੈ ਕੇ ਨਾ ਬਹਿ ਜੇ। ਨੈਕਸਟ ਕੁਐਸਚਨ, ਅਗਰ ਮੇਰੇ ਖਿਆਲ ਨਾਲ ਕਿ ਜੀ ਆਪਾਂ ਇੱਥੇ ਵਾਈਂਡ ਅਪ ਕਰੀ ਜ਼ਿਆਦਾ ਬੈਟਰ ਰਹੇਗਾ, ਕਿਉਂਕਿ ਅੱਜ ਦੇ ਹਾਲਾਤ ਦੇ ਹਿਸਾਬ ਨਾਲ ਨਾ ਜੋ ਸਟੂਡੈਂਟ ਦੀ ਮੇਨ ਇਨਫੋਰਮੇਸ਼ਨ ਚਾਹੀਦੀ ਹੈ ਨਾ ਕਿ ਵੀਜ਼ਾ ਕਦੋਂ ਅਪਲਾਈ ਕਰੀਏ, ਫੀਸ ਕਿੰਨੀ ਹੋਏਗੀ, ਵਿਦਆਊਟ ਐਸ ਕੀ ਸਿਸਟਮ ਹੈ, ਜਾਂ ਹੋਰ ਕੋਈ ਟੈਸਟ ਆਪਾਂ ਦੇ ਸਕਦੇ ਕਿ ਨਹੀਂ ਦੇ ਸਕਦੇ, ਐਮਬੈਸੀ ਕੀ ਕਰ ਰਹੀ ਹੈ, ਸੋ ਹਰ ਚੀਜ਼ ਆਪਾਂ ਕਵਰ ਕਰ ਚੁੱਕੇ ਹਾਂ ਤੇ ਅੱਜ ਸਾਡੇ ਕੋਲ ਟਾਈਮ ਵੀ ਬਹੁਤ ਥੋੜਾ ਵਾ। ਮੇਰੀ ਹੋਰ ਤੁਹਾਡੇ ਕੋਈ ਡਾਊਟਸ ਹੋਣ ਸਟੂਡੈਂਟਸ ਦੇ ਤੇ ਤੁਸੀਂ ਸਾਨੂੰ ਫਰਦਰ ਕੰਟੈਕਟ ਕਰ ਸਕਦੇ ਹੋ, ਬਟ ਆਈ ਹੋਪ ਤੁਸੀਂ ਜੋ ਸਾਨੂੰ ਕੁਐਸਚਨ ਪੁੱਟ ਕੀਤੇ ਸੀ ਐਂਡ ਕਈਆਂ ਦੇ ਆਨਸਰ ਅਸੀਂ ਕੁਐਸਚਨ ਨੂੰ ਲਾਈਵ ਸੈਸ਼ਨ 'ਚ ਲੈ ਕੇ ਆਏ ਐਂਡ ਕੁਝ ਕੁਐਸਚਨ ਆਪਾਂ ਨਹੀਂ ਲੈ ਕੇ ਆਏ, ਬਟ ਆਲਮੋਸਟ ਜਿਹੜੇ ਆਨਸਰ ਜੋ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਅਸੀਂ ਉਹ ਥੋੜੇ ਜਿਹੇ ਕੁਐਸਚਨ ਤੁਹਾਡੇ ਆਨਸਰ ਆਪਾਂ ਦੇ ਚੁੱਕੇ ਹਾਂ। ਫਿਰ ਵੀ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਡਾਊਟ ਹੈਗਾ ਵਾ, ਤੁਸੀਂ ਸਾਨੂੰ ਮਿਲ ਸਕਦੇ ਹੋ, ਸਾਨੂੰ ਕੰਟੈਕਟ ਕਰ ਸਕਦੇ ਹੋ ਸਾਨੂੰ। ਤੁਸੀਂ ਸਾਡੇ ਅਗਰ ਤੁਸੀਂ ਪਰਸਨਲੀ ਮਿਲਣਾ ਚਾਹੁੰਦੇ ਹੋ, ਸਾਡੀ ਮਹਿਤਾ ਰੋਡ ਬ੍ਰਾਂਚ ਓਪਨ ਹੈ। ਸਾਡਾ ਹੈੱਡ ਆਫਿਸ ਵੈਸੇ ਰਣਜੀਤ ਐਵਨਿਊ, ਬਟ ਕੋਵਿਡ-19 ਕਰਕੇ ਸਟਿਲ ਅਸੀਂ ਰਣਜੀਤ ਐਵਨਿਊ ਵਾਲਾ ਹੈੱਡ ਆਫਿਸ ਅਜੇ ਓਪਨ ਨਹੀਂ ਕਰਦੇ ਪਏ। ਸਾਡੀ ਬ੍ਰਾਂਚ ਆਫਿਸ ਓਪਨ ਹੈ, ਉਹ ਅਸੀਂ ਮਾਰਨਿੰਗ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੁੰਦਾ ਹੈ। ਤੁਸੀਂ ਅਪਾਇੰਟਮੈਂਟ ਲੈ ਕੇ ਤੁਹਾਨੂੰ ਨੰਬਰ ਗਿਵਨ ਤੇ ਅਪਾਇੰਟਮੈਂਟ ਲੈ ਕੇ ਮਿਲ ਲਓ ਤਾਂ ਕਿ ਤੁਹਾਡੇ ਜੋ ਵੀ ਡਾਊਟ ਹੋਣ ਉਹ ਲੈ ਸਕਦੇ ਆ ਐਂਡ ਅਸੀਂ ਨਾਲ ਦੀ ਨਾਲ ਤੁਹਾਨੂੰ ਟਾਈਮ ਉਹ ਦੇਵਾਂਗੇ ਤਾਂ ਕਿ ਆਪਾਂ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਕੇ ਹੀ ਆਪਾਂ ਤੁਹਾਨੂੰ ਮੀਟਿੰਗ ਕਰਾਂਗੇ। ਅਦਰਵਾਈਜ਼ ਮੀਟਿੰਗ ਕਰਨਾ ਮੁਸ਼ਕਲ ਹੈ ਕਿਉਂਕਿ ਕੰਮ ਦੇ ਨਾਲ ਨਾਲ ਤੁਹਾਡੇ ਫਿਊਚਰ ਦੇ ਨਾਲ ਨਾਲ ਸੁਰੱਖਿਆ ਵੀ ਕਰਨਾ ਸਾਡਾ ਕਰਤੱਵ ਹੈ। ਬਿਲਕੁਲ ਜੀ, ਉਹ ਗੱਲ ਆਪਾਂ ਸਾਰੇ ਸੁਣੀ ਹੈ ਵੀ ਜਾਨ ਹੈ ਤੇ ਜਹਾਨ ਹੈ। ਸੋ ਆਈ ਥਿੰਕ ਸੋ ਕਿ ਅੱਜ ਦਾ ਸੈਸ਼ਨ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਜੇ ਤੁਹਾਨੂੰ ਹੋਰ ਕੋਈ ਡਾਊਟ ਹੋਵੇ ਗਿਵਨ ਨੰਬਰ ਹੈਗੇ ਨੇ, ਤੁਸੀਂ ਉੱਤੇ ਕਾਲ ਕਰਕੇ ਸਾਨੂੰ ਮਿਲ ਸਕਦੇ ਹੋ, ਸਾਡੇ ਨਾਲ ਵਾਰਤਾਲਾਪ ਕਰ ਸਕਦੇ ਹੋ। ਸਾਡੀ ਟੀਮ ਤੁਹਾਨੂੰ ਪੂਰਾ ਸਪੋਰਟ ਕਰੇਗੀ। ਇਸ ਨਾਲ ਅਸੀਂ ਅੱਜ ਦੀ ਇਜਾਜ਼ਤ ਲੈਂਦੇ ਹਾਂ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।